ਬਠਿੰਡਾ ਦਾ ਥਰਮਲ ਪਲਾਂਟ ਆਖਿਰ ਵੇਚਣ ਲਈ ਪ੍ਰਵਾਨਗੀ ਸਰਕਾਰ ਨੇ ਦੇ ਦਿੱਤੀ ਹੈ। ਬੀਤੇ ਕੱਲ੍ਹ ਕੈਬਨਿਟ ਦੇ ਵਿੱਚ ਬਾਕਾਇਦਾ ਮਤਾ ਪਾਸ ਹੋ ਚੁੱਕਿਆ ਹੈ ਔਰ ਪੁੱਡਾ ਨੂੰ ਇਸ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਯਾਨੀ ਕਿ ਬਠਿੰਡਾ ਦੀ ਵਿਰਾਸਤ ਜਿਹੜੀ ਹੈ ਉਹ ਹੁਣ ਕਿਸੇ ਵੇਲੇ ਵੀ ਖਤਮ ਹੋ ਜਾਵੇਗੀ। ਬਠਿੰਡਾ ਦੇ ਥਰਮਲ ਪਲਾਂਟ ਦੀਆਂ ਇਹ ਚਿਮਨੀਆਂ ਜਿਹੜੀਆਂ ਨੇ ਹੁਣ ਜ਼ਿਆਦਾ ਦੇਰ ਤੱਕ ਤੁਸੀਂ ਨਹੀਂ ਵੇਖ ਸਕੋਗੇ। ਇਸ ਦੀਆਂ ਝੀਲਾਂ ਜਿਹੜੀਆਂ ਨੇ ਇਹਨਾਂ ਦੀ ਹੋਂਦ ਜਿਹੜੀ ਆ ਉਹ ਖਤਰੇ ਵਿੱਚ ਪੈ ਗਈ ਹੈ। ਅਗਲੇ ਕੁਝ ਸਮੇਂ ਦੇ ਵਿੱਚ ਹੋ ਸਕਦਾ ਹੈ ਇਹ ਚੀਜ਼ਾਂ ਤੁਹਾਨੂੰ ਬਠਿੰਡਾ ਦੇ ਨਕਸ਼ੇ ਤੇ ਜਾਂ ਜਦੋਂ ਤੁਸੀਂ ਬਠਿੰਡਾ ਆਓ ਤਾਂ ਨਾ ਵਿਖਾਈ ਦੇਣ, ਕਿਉਂਕਿ ਪੰਜਾਬ ਸਰਕਾਰ ਨੇ ਬਾਕਾਇਦਾ ਕੈਬਨਿਟ ਦੇ ਵਿੱਚ ਇੱਕ ਮਤਾ ਪਾ ਕੇ ਇਸ ਨੂੰ ਪੁੱਡਾ ਦੇ ਨਾਂ ਤਬਦੀਲ ਕਰ ਦਿੱਤਾ ਗਿਆ ਹੈ। ਹੁਣ ਇਸ ਤੋਂ ਬਾਅਦ ਇੱਥੇ ਹੋਰ ਵਿਕਾਸ ਕੰਮ ਜਿਹੜੇ ਉਹ ਸ਼ੁਰੂ ਹੋਣਗੇ ਇਸ ਥਰਮਲ ਪਲਾਂਟ ਦੀ ਥਾਂ ਤੇ। ਬਠਿੰਡਾ ਦੀ ਇਹ ਵਿਰਾਸਤ ਕਿਵੇਂ ਬਣਿਆ ਥਰਮਲ ਪਲਾਂਟ, ਪਹਿਲਾਂ ਇਸ ਤੇ ਨਜ਼ਰ ਮਾਰ ਲੈਂਦੇ ਹਾਂ। ਕਿੰਨੀ ਜ਼ਮੀਨ ਦੇ ਵਿੱਚ 1764 ਏਕੜ ਜ਼ਮੀਨ ਦੇ ਵਿੱਚ ਇਹ ਥਰਮਲ ਪਲਾਂਟ ਪਸਰਿਆ ਹੋਇਆ ਔਰ ਇਹ 1764 ਏਕੜ ਜਗ੍ਹਾ ਉਹ ਹੈ ਜੋ ਬੇਹੱਦ ਕਹਿ ਲਈਏ ਬੇਸ਼ਕੀਮਤੀ ਜਗ੍ਹਾ ਹੈ। ਪਹਿਲਾਂ ਥਰਮਲ ਪਲਾਂਟ ਦੀ ਬਿਰਤਾਂਤ ਦੀ ਗੱਲ ਕਰ ਲਈਏ। ਥਰਮਲ ਖੇਤਰ ਦੇ ਵਿੱਚ ਜ਼ਮੀਨ ਜਿਹੜੀ ਹੈ ਉਹ ਇਹ 1764 ਏਕੜ ਦੇ ਵਿੱਚੋਂ 250 ਏਕੜ ਹੈ, ਜਿਸ ਤੇ ਤੁਸੀਂ ਥਰਮਲ ਦੀਆਂ ਚਿਮਨੀਆਂ ਜਾਂ ਹੋਰ ਪ੍ਰੋਜੈਕਟ ਦੇਖ ਰਹੇ ਹੋ। ਇਹ 250 ਏਕੜ ਜਗ੍ਹਾ ਹੈ ਤੇ ਇਸ ਦੇ ਨਾਲ ਹੀ 220 ਏਕੜ ਦੇ ਵਿੱਚ ਥਰਮਲ ਪਲਾਂਟ ਦਾ ਰੇਲਵੇ ਖੇਤਰ ਬਣਿਆ ਹੋਇਆ ਹੈ, ਜਦੋਂ ਕਿ 850 ਏਕੜ ਦੇ ਵਿੱਚ ਰਾਖ ਦਾ ਡੰਪ ਬਣਿਆ ਹੋਇਆ ਹੈ ਤੇ ਨਾਲ ਹੀ ਥਰਮਲ ਕਲੋਨੀ ਦੀ ਜ਼ਮੀਨ ਜਿਹੜੀ ਹੈ ਆਪਾਂ ਕਹਿ ਲਈਏ ਜਿੱਥੇ ਥਰਮਲ ਕਲੋਨੀ ਬਣੀ ਹੋਈ ਹੈ ਉਹ ਵੀ 250 ਏਕੜ ਹੈ ਤੇ ਝੀਲਾਂ ਜਿਹੜੀਆਂ ਬਣੀਆਂ ਹੋਈਆਂ ਨੇ ਥਰਮਲ ਪਲਾਂਟ ਦੀਆਂ ਉਹ 164 ਏਕੜ ਦੇ ਵਿੱਚ ਬਣੀਆਂ ਹੋਈਆਂ ਨੇ। ਇਹ ਪੂਰਾ ਦਾਇਰਾ ਹੈ, ਇੰਨੀ ਵੱਡੀ ਜਿਹੜੀ ਜ਼ਮੀਨ ਹੈ ਉਹ ਬਠਿੰਡਾ ਦੀ ਥਰਮਲ ਪਲਾਂਟ ਦੇ ਅੰਡਰ ਸੀ ਔਰ ਇਹ ਸਾਰੀ ਜ਼ਮੀਨ ਜਿਹੜੀ ਹੈ ਉਹ ਪੁੱਡਾ ਦੇ ਨਾਂ ਤਬਦੀਲ ਹੋ ਗਈ ਹੈ। ਤੇ ਹੁਣ ਇਸ ਦੀ ਇਤਿਹਾਸਕਤਾ 'ਤੇ ਨਜ਼ਰ ਮਾਰਨੀ ਵੀ ਜ਼ਰੂਰੀ ਹੈ। ਕਿਉਂ ਇਹ ਬਠਿੰਡਾ ਦੀ ਵਿਰਾਸਤ ਹੈ? ਹੁਣ ਤੱਕ ਅਸੀਂ ਇਸ ਦਾ ਨਾਮ ਸਿਰਫ ਬਠਿੰਡਾ ਦਾ ਥਰਮਲ ਪਲਾਂਟ ਲੈਂਦੇ ਰਹੇ ਹਾਂ, ਪਰ ਇਸ ਦਾ ਅਸਲ ਨਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਥਰਮਲ ਪਲਾਂਟ ਹੈ ਔਰ ਇਹ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਦਿਹਾੜੇ ਮੌਕੇ ਹੋਂਦ ਵਿੱਚ ਆਇਆ ਸੀ। ਯਾਨੀ 1969 ਨੂੰ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 500ਵਾਂ ਪ੍ਰਕਾਸ਼ ਦਿਹਾੜਾ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਸੀ। ਸੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਪ੍ਰੋਜੈਕਟ ਸੀਗਾ ਤੇ ਉਸ ਤੋਂ ਬਾਅਦ ਇਸ ਦੀ ਜਿਹੜੀ ਆ ਇਸ ਦਾ ਨਿਰਮਾਣ ਕੰਮ ਸ਼ੁਰੂ ਹੋਇਆ। 1974 ਦੇ ਵਿੱਚ ਪਹਿਲਾ ਯੂਨਿਟ ਬਣ ਕੇ ਤਿਆਰ ਹੋ ਗਿਆ ਸੀ ਔਰ 110 ਮੈਗਾਵਾਟ ਬਿਜਲੀ ਇਹ ਪੈਦਾ ਕਰਨੀ 1974 ਦੇ ਵਿੱਚ ਬਠਿੰਡਾ ਦੇ ਥਰਮਲ ਪਲਾਂਟ ਨੇ ਸ਼ੁਰੂ ਕਰ ਦਿੱਤੀ ਗਈ ਸੀ। ਤੇ ਇਸ ਤੋਂ ਬਾਅਦ ਅਗਲੇ ਹੀ ਸਾਲ ਦੂਸਰਾ ਯੂਨਿਟ ਇਸ ਦਾ ਸ਼ੁਰੂ ਹੋਇਆ ਤੇ 3 ਸਾਲ ਬਾਅਦ 1978 ਦੇ ਵਿੱਚ ਇਸ ਦਾ ਤੀਜਾ ਯੂਨਿਟ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ 1979 ਦੇ ਵਿੱਚ ਯਾਨੀ ਅਗਲੇ ਹੀ ਸਾਲ ਇਸ ਦਾ ਚੌਥਾ ਯੂਨਿਟ ਸ਼ੁਰੂ ਹੋ ਗਿਆ ਸੀ। ਜਿਵੇਂ ਹੀ ਚਾਰੇ ਯੂਨਿਟ ਸ਼ੁਰੂ ਹੋਏ ਤਾਂ ਕਹਿ ਲਈਏ ਕਿ ਪੰਜਾਬ ਦੇ ਵਿੱਚ ਬਿਜਲੀ ਦੀਆਂ ਲਹਿਰਾਂ ਬਹਿਰਾਂ ਸ਼ੁਰੂ ਹੋ ਗਈਆਂ। ਪੰਜਾਬ 'ਚ ਹੀ ਕਹਿ ਲਈਏ ਕਿ ਖਾਸ ਕਰਕੇ ਬਠਿੰਡਾ ਖੇਤਰ ਦੇ ਵਿੱਚ, ਬਠਿੰਡਾ ਉਹ ਖੇਤਰ ਜਿੱਥੇ ਕੋਈ ਵੀ ਸਰਕਾਰੀ ਅਧਿਕਾਰੀ ਨੂੰ ਡਿਊਟੀ ਲਈ ਭੇਜਣਾ ਇੱਕ ਤਰ੍ਹਾਂ ਨਾਲ ਕਾਲੇ ਪਾਣੀ ਵੱਲ ਭੇਜਣਾ ਕਿਹਾ ਜਾਂਦਾ ਸੀ ਤੇ ਉਸ ਵੇਲੇ ਬਠਿੰਡਾ ਇਸ ਤਰ੍ਹਾਂ ਦਾ ਕਹਿ ਲਈਏ ਅਰਧ ਰੇਗਿਸਤਾਨੀ ਇਲਾਕਾ, ਟਿੱਬਿਆਂ ਵਾਲਾ ਇਲਾਕਾ ਸੀ ਤੇ ਇਸ ਥਰਮਲ ਪਲਾਂਟ ਨੇ ਇਸ ਪੂਰੇ ਇਲਾਕੇ ਦੀ ਤਸਵੀਰ ਬਦਲੀ। ਸਿਰਫ ਬਠਿੰਡਾ ਜ਼ਿਲ੍ਹਾ ਹੀ ਨਹੀਂ, ਬਠਿੰਡਾ ਜ਼ਿਲ੍ਹਾ ਵੀ ਉਸ ਵੇਲੇ ਬਹੁਤ ਵੱਡਾ ਸੀ, ਬਲਕਿ ਬਠਿੰਡਾ ਜ਼ਿਲ੍ਹਾ ਹੀ ਨਹੀਂ ਕਈ ਜ਼ਿਲ੍ਹਿਆਂ ਦੀ ਤਸਵੀਰ ਇਸ ਥਰਮਲ ਪਲਾਂਟ ਨੇ ਬਦਲੀ। ਕਹਿ ਲਈਏ ਕਿ ਪੂਰੇ ਪੰਜਾਬ ਦੀ ਤਸਵੀਰ ਇਸ ਥਰਮਲ ਪਲਾਂਟ ਨੇ ਬਦਲੀ। ਖਾਸ ਅਹਿਮ ਗੱਲ ਇਸ ਦਾ ਵੱਡਾ ਰੋਲ ਇਸ ਥਰਮਲ ਪਲਾਂਟ ਦਾ ਕੀ ਰਿਹਾ ਹਰੀ ਕ੍ਰਾਂਤੀ ਦੇ ਵਿੱਚ। ਦੇਸ਼ ਦੇ ਵਿੱਚ 70ਵਿਆਂ 80ਵਿਆਂ ਦੇ ਵਿੱਚ ਹਰੀ ਕ੍ਰਾਂਤੀ ਆਈ ਔਰ ਹਰੀ ਕ੍ਰਾਂਤੀ ਦੇ ਵਿੱਚ ਪੰਜਾਬ ਮੋਢੀ ਸੂਬਾ ਹੋ ਕੇ ਉਭਰਿਆ। ਪੰਜਾਬ ਹਰੀ ਕ੍ਰਾਂਤੀ ਦੇ ਵਿੱਚ ਪੂਰੇ ਦੇਸ਼ ਦੀ ਅਗਵਾਈ ਕਰਨ ਵਾਲਾ ਸੂਬਾ ਸੀ ਤੇ ਦੱਸ ਦਈਏ ਕਿ ਪੰਜਾਬ ਨੂੰ ਮੋਢੀ ਸੂਬਾ ਬਣਾਉਣ ਵਾਲਾ ਵੀ ਬਠਿੰਡਾ ਦਾ ਇਹ ਥਰਮਲ ਪਲਾਂਟ ਸੀ, ਜਿਸ ਨੇ ਬਿਜਲੀ ਆਮੋ ਆਮ ਕੀਤੀ। ਉਸ ਤੋਂ ਬਾਅਦ ਟਿਊਬਵੈੱਲ ਆਏ ਤੇ ਕਿਸਾਨਾਂ ਨੂੰ ਪਾਣੀ ਮਿਲਿਆ। ਫਸਲਾਂ ਨੂੰ ਜਦੋਂ ਪਾਣੀ ਲੱਗਣ ਲੱਗਿਆ ਤਾਂ ਰੇਗਿਸਤਾਨ ਅਰਧ ਰੇਗਿਸਤਾਨੀ ਇਲਾਕੇ ਦੇ ਵਿੱਚ ਹਰੀਆਂ ਫਸਲਾਂ ਲਹਿਰਾਉਣ ਲੱਗੀਆਂ ਤੇ ਪੂਰੇ ਪੰਜਾਬ ਦੀ ਤਸਵੀਰ ਬਦਲ ਗਈ ਤੇ ਪੰਜਾਬ ਨੇ ਪੂਰੇ ਦੇਸ਼ ਦੀ ਤਸਵੀਰ ਬਦਲੀ। ਉਸ ਤੋਂ ਬਾਅਦ ਪੰਜਾਬ ਦੇਸ਼ ਦਾ ਅੰਨਦਾਤਾ ਬਣ ਗਿਆ। ਇਹ ਯੋਗਦਾਨ ਹੈ ਬਠਿੰਡਾ ਦੇ ਇਸ ਥਰਮਲ ਪਲਾਂਟ ਦਾ। ਪਰ ਬਦਕਿਸਮਤੀ ਨਾਲ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਦਿਹਾੜੇ ਮੌਕੇ ਇੰਨਾ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਹੋਇਆ, ਉਹ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਮਾਪਤ ਹੋ ਗਿਆ। ਜਦੋਂ ਉਧਰ ਸੁਲਤਾਨਪੁਰ ਲੋਧੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨਾਲ ਸੰਬੰਧਿਤ ਸਮਾਗਮ ਚੱਲ ਰਹੇ ਸੀ, ਉਸ ਵੇਲੇ ਚੰਡੀਗੜ੍ਹ ਦੇ ਵਿੱਚ ਇੱਕ ਕਵਾਇਦ ਚੱਲ ਰਹੀ ਸੀ ਇਸ ਥਰਮਲ ਪਲਾਂਟ ਨੂੰ ਵੇਚਣ ਦੀ।
जो अज सिरे चढ़ गई है। तो आखिर उन्हां जश्नां दे दौरान ही ये थर्मल प्लांट जिहड़ा है वो विक चुकिया है। कह लीए कि जल्दी ही इसकी होंद बठिंडा के नक्शे तो खत्म हो जाएगी। तो इस दे नाल ही दस दईए कि इसका योगदान खेती दे विच सी। इस तो इलावा बठिंडा खेतर की डिवेलपमेंट दे विच विकास दे विच की योगदान सी। NFL वर्गे वड्डे कारखाने क्यों आए बठिंडा खेतर दे विच? क्योंकि ये थर्मल प्लांट इत्थे सी, बिजली की बहुतात सी। और उस तो इलावा हज़ारां अजिहे यूनिट कारखानों के उद्योगिक यूनिट इत्थे लगे इस इलाके दे विच, जिसने पूरे इलाके की तस्वीर बदली। बठिंडा अज जो बठिंडा है पंजाब दे विच बेहद अहम हब बन गया हर चीज़ की, चाहे वो सिक्ख्या होवे, चाहे सेहत सहूलतां होण, जां फिर उद्योगिक कह लीए कि खेतर होवे। तां बठिंडा तेज़ी नाल रिफाइनरी वर्गे प्रोजैक्ट जिहड़े ने वो इस इलाके दे विच आए ने। जो पंजाब का सब तो वड्डा प्रोजैक्ट है रिफाइनरी, वो भी बठिंडा खेतर दे विच है। सो इस खेतर नूं मोहरी बनाउण दे विच बठिंडा का ये थर्मल प्लांट जिहड़ा वो योगदान इसने पाया। ये सिर्फ नक्शे ते दिखाउण लई चिमनियां ही सोहणियां नहीं लगदियां, इन्हां चिमनियां ने बठिंडा दे नक्शे नूं बदलिया, बठिंडा की ताबीर नूं बदलिया, इसकी तस्वीर नूं बदलिया। पर बदकिस्मती नाल ये थर्मल प्लांट नाल संबंधित किते सियासतदानां दे वादे जिहड़े ने वो वफा नहीं होए। ते आखिर इस वेले जदों बीते कल सरकार वालों प्रवानगी दे दी गई है, वित्त मंत्री की हाज़री वाली कैबिनेट की मीटिंग दे विच बाकायदा प्रवानगी दे दी गई है इस थर्मल प्लांट नूं पुड्डा दे नां तब्दील करन दी। ते उस तो बाद लाजमी सी कि सवाल उठदे सरकार की कारगुजारी ते, सवाल उठदे वित्त मंत्री की वादा खिलाफी ते। पहला असी गल करिए सरकार की कारगुजारी ते सवाल क्यों उठ रहे हैं। सरकार की कारगुजारी ते सवाल इस करके उठ रहे हैं कि 2007 तो लैके 2014 तक जिहड़े तकनीकी माहिर सी उन्हां दी सिफारिश दे उत्ते इस दे करीब 500 करोड़ तो वध रुपया खर्च के इस दे चारे यूनिटां दा नवीनीकरण किया गया सी। जिथे जो राख डिगदी सी उस नूं रोकिया गया, नाल ही इस दियां टरबाइनां दी समर्था भी वधाई गई सी। सो इन्ना पैसा खर्चा गया, उदों तो ये हद मिथी गई सी कि 2027-28 तक ये जिहड़ा थर्मल प्लांट इस तरह काम कर सकता है, बल्कि वधिया समर्था वो कर सकता है। जे मुलाजम आगूआं दी मन्नीए तो उन्हां दा ये भी कहना सी कि बिजली बठिंडा थर्मल प्लांट होर निजी थर्मल प्लांटां के मुकाबले किते सस्ती पैदा करता है। हालांकि सरकार इस दे नाल इन्हां सवालों दे नाल इतफाक नहीं रखती, पर फिर भी कुल मिला के सरकार वालों जदों उन्हां तकनीकी माहिरां दी राय करोड़ां रुपया जनता का खर्चा गया तो उस तो बाद भी इस थर्मल प्लांट नूं बंद करने के फैसले ते सवाल उठने लाजमी ने, ते सवाल उठ भी रहे ने। सरकार ने हालांकि वादा किया कि थर्मल प्लांट बंद नहीं होगा। उस वेले 2017 की चोण दे विच एक वड्डा वादा वो यही सी कि बठिंडा के थर्मल प्लांट नूं बंद नहीं किया जाऊगा, बल्कि इस दियां चिमनियां दे विचों धुआं निकलूगा। होया कि वित्त मंत्री मनप्रीत सिंह बादल बठिंडा शहरी तो उम्मीदवार सी। तुहानूं वादा भी सुना दिंदे आ उन्होंने की कीता सी, पर उस तो पहलां दस दईए उन्होंने हर चोण सभा दे विच लगभग ये वादा किया कि बठिंडा का थर्मल प्लांट बंद नहीं होएगा, इस दियां चिमनियां दे विचों धुआं निकलेगा। कई कुछ कहंदे सी, वो कहंदे सी जदों मैं इत्थों लंघदा जदों चिमनियां बंद होंदियां ने तां अखां दे विच पानी आ जांदा है। ते उन्होंने बठिंडा की जनता दे नाल खास करके थर्मल प्लांट के मुलाजमां दे नाल ये वादा किया सी, ऐलानिया वादा किया सी कि बठिंडा का थर्मल प्लांट वो बंद नहीं होण देणगे अगर पंजाब दे विच कैप्टन अमरिंदर सिंह की अगवाई दे विच सरकार बनती है कांग्रेस की। कैप्टन अमरिंदर सिंह की अगवाई दे विच पंजाब दे विच सरकार भी बन गई ते मनप्रीत सिंह बादल जो बठिंडा शहरी तो इस वादे के बलबूते ते जित प्राप्त करके विधान सभा पहुँचे, वो वित्त मंत्री भी बन गए। पर अज जदों फैसला उन्हां दी हाज़री दे विच होया तां लाजमी है कि लोकां नूं नमोशी होई होवे अपनी वोट देण ते, लाजमी है कि उन्हां मुलाजमां नूं नमोशी होई होवे वोट देण ते कि उन्हां नाल वादा खिलाफी हुई है। किते ना किते वो अपने आप नूं ठगे महसूस कर रहे हैं। पहलां असीं वित्त मंत्री दा वो वादा सुना दिंदे आ, ऐलानिया उन्होंने वादा की कीता सी। जे मेरे रब नूं मंजूर होया कैप्टन साहब पंजाब के मुख्यमंत्री बन गए, दोस्तों थोड़े नाल वादा है कि बठिंडे का जिहड़ा थर्मल प्लांट है उहदियां चिमनियां उदास होईयां पईयां
ਉਹਨਾਂ ਚਿਮਨੀਆਂ ਚੋਂ ਇੱਕ ਵਾਰੀ ਫੇਰ ਧੂੰਆਂ ਨਿਕਲੂਗਾ। ਇਹ ਸੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਚੋਣ ਰੈਲੀਆਂ ਦੇ ਵਿੱਚ ਕੀਤਾ ਗਿਆ ਵਾਅਦਾ ਕਿੰਨਾ ਕੁ ਵਫਾ ਹੋਇਆ ਉਹ ਤੁਸੀਂ ਵੇਖ ਲਿਆ। ਤੇ ਕਾਂਗਰਸ ਸਰਕਾਰ ਨੇ ਹੋਂਦ ਵਿੱਚ ਆਉਂਦਿਆਂ ਹੀ ਇਸ ਥਰਮਲ ਪਲਾਂਟ ਨੂੰ ਸਭ ਤੋਂ ਪਹਿਲਾਂ ਬੰਦ ਕਰਨ ਦਾ ਫੈਸਲਾ ਲਿਆ। ਇਸ ਵਾਅਦੇ ਦੇ ਬਿਲਕੁਲ ਉਲਟ ਉਦੋਂ ਵੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਅਹੁਦੇ ਤੇ ਸੀ ਤੇ ਇਹ ਫੈਸਲਾ ਹੋਇਆ। ਉਸ ਤੋਂ ਬਾਅਦ ਮੁਲਾਜ਼ਮ ਜਿਹੜੇ ਸੀ ਵੱਡੀ ਤਾਦਾਦ ਦੇ ਵਿੱਚ ਸੜਕਾਂ ਤੇ ਆ ਗਏ। ਕਿੰਨੇ ਹੀ ਮਹੀਨੇ ਉਹ ਠੰਡ ਦੀਆਂ ਰਾਤਾਂ ਦੇ ਵਿੱਚ ਵੀ ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਬੈਠੇ ਰਹੇ ਇਸ ਮੰਗ ਨੂੰ ਲੈ ਕੇ। ਹਾਲਾਂਕਿ ਉਹਨਾਂ ਦੇ ਨਾਲ ਫਿਰ ਵਾਅਦਾ ਹੋਇਆ ਕਿ ਪਰਾਲੀ ਦੇ ਉੱਤੇ ਇਸ ਥਰਮਲ ਪਲਾਂਟ ਨੂੰ ਚਲਾ ਦਿੱਤਾ ਜਾਏਗਾ। ਇੱਕ ਉਮੀਦ ਵੱਜੀ ਮੁਲਾਜ਼ਮਾਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਕਿ ਸ਼ਾਇਦ ਸਰਕਾਰ ਨੇ ਆਪਣਾ ਫੈਸਲਾ ਬਦਲਣਾ ਸ਼ੁਰੂ ਕਰ ਦਿੱਤਾ ਹੈ ਕਿਤੇ ਨਾ ਕਿਤੇ, ਕਿ ਇਹ ਥਰਮਲ ਦੀ ਹੋਂਦ ਵੱਧ ਜਾਏਗੀ। ਇਹ ਚਿਮਨੀਆਂ ਜੋ ਬਠਿੰਡਾ ਦੀ ਸ਼ਾਨ ਨੇ, ਬਠਿੰਡਾ ਦੀ ਆਨ ਨੇ, ਉਹ ਵੱਧ ਜਾਣਗੀਆਂ। ਇਹ ਝੀਲਾਂ ਜੋ ਖਤਮ ਹੋਣ ਕਿਨਾਰੇ ਨੇ ਇਹ ਵੱਧ ਜਾਣਗੀਆਂ। ਟੂਰਿਜ਼ਮ ਦਾ ਕੇਂਦਰ ਇਹਨਾਂ ਨੂੰ ਬਣਾਇਆ ਗਿਆ ਸੀ ਤੇ ਪਰ ਹੋਇਆ ਕੀ ਕਿ ਹੁਣ ਇਸ ਵੇਲੇ ਇਸ ਫੈਸਲੇ ਦੇ ਨਾਲ ਉਹ ਸਭ ਕੁਝ ਵੀ ਖਤਮ ਹੋ ਗਿਆ। ਵਾਅਦਾ ਖਿਲਾਫੀ ਹੋ ਗਈ ਹੈ। ਵਿੱਤ ਮੰਤਰੀ ਨੇ ਆਪਣੀ ਸਿਆਸੀ ਨਈਆ ਜ਼ਰੂਰ ਪਾਰ ਲਗਾ ਲਈ ਉਸ ਵਾਅਦੇ ਦੇ ਨਾਲ, ਪਰ ਇੱਕ ਵਾਅਦਾ ਖਿਲਾਫੀ ਦਾ ਜਿਹੜਾ ਕਹਿ ਲਈਏ ਕਿ ਵਾਅਦੇ ਤੋਂ ਮੁੱਕਰੇ ਹੋਏ ਜ਼ਰੂਰ ਸਾਬਤ ਹੋ ਰਹੇ ਨੇ। ਵੇਖਣਾ ਹੋਏਗਾ ਅਗਲੇ ਦਿਨਾਂ ਦੇ ਵਿੱਚ ਆਪਣੀ ਇਸ ਵਾਅਦਾ ਖਿਲਾਫੀ ਨੂੰ ਉਹ ਕਿਵੇਂ ਜਿਹੜਾ ਉਹ ਪੇਸ਼ ਕਰਦੇ ਨੇ, ਉਹ ਕਿਸ ਤਰੀਕੇ ਨਾਲ ਆਪਦੀ ਕੋਈ ਮਜਬੂਰੀ ਉਹ ਦਰਸਾਉਂਦੇ ਨੇ। ਦੂਜੇ ਪਾਸੇ ਸਿਆਸੀ ਪਾਰਟੀਆਂ ਦਾ ਗੁੱਸਾ ਪੂਰੇ ਉਫਾਨ 'ਤੇ ਹੈ। ਅੱਜ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਸਰਕਾਰ ਨੂੰ ਘੇਰਿਆ ਤੇ ਨਾਲ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਘੇਰਿਆ। ਉਹਨਾਂ ਬਾਕਾਇਦਾ ਆਪਣੇ ਬਿਆਨ ਦੇ ਵਿੱਚ ਜੋ ਕਿ ਹੈ, ਇਹ ਬਿਆਨ ਹੈ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ, ਜੋ ਥਰਮਲ ਪਲਾਂਟ ਨੂੰ ਪੁੱਡਾ ਦੇ ਨਾਂ ਤਬਦੀਲ ਕਰਨ ਤੋਂ ਬਾਅਦ ਆਇਆ ਹੈ। 2017 ਦੀਆਂ ਚੋਣਾਂ ਵਿੱਚ ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਾਵਰ ਪਲਾਂਟ ਨੂੰ ਮੁੜ ਸੁਰਜੀਤ ਕਰਨ ਦਾ ਵਾਅਦਾ ਕਰਨ ਤੋਂ ਬਾਅਦ ਕੈਪਟਨ ਸਰਕਾਰ ਜਾਂ ਕਹਿ ਲਈਏ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਹਿਲਾਂ ਇਸ ਨੂੰ ਬੰਦ ਕੀਤਾ ਤੇ ਹੁਣ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਾਲ 'ਚ ਇਸ ਦੀ ਜ਼ਮੀਨ ਦੀ ਨਿਲਾਮੀ ਕਰਨ ਦਾ ਫੈਸਲਾ ਲਿਆ ਤੇ ਸ਼੍ਰੋਮਣੀ ਅਕਾਲੀ ਦਲ ਇਸ ਨਿੰਦਣਯੋਗ ਫੈਸਲੇ ਦਾ ਵਿਰੋਧ ਕਰੇਗਾ ਤੇ ਸਰਕਾਰ ਨੂੰ ਆਪਣਾ ਇਹ ਗੈਰ ਵਾਜਿਬ ਫੈਸਲਾ ਵਾਪਸ ਲੈਣ ਲਈ ਕਹੇਗਾ। ਇਹ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦਾ ਬਿਆਨ ਆਇਆ ਹੈ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਤੇ ਇਸ ਦੇ ਨਾਲ ਹੀ ਅਕਾਲੀ ਦਲ ਵੱਲੋਂ ਅੱਜ ਇੱਕ ਜ਼ਬਰਦਸਤ ਪ੍ਰਦਰਸ਼ਨ ਵੀ ਥਰਮਲ ਪਲਾਂਟ ਨੇੜੇ ਕੀਤਾ ਗਿਆ। ਪੂਤਲਾ ਸਾੜ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ ਤੇ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੀ ਮੋਰਚਾ ਖੋਲ੍ਹ ਚੁੱਕੀ ਹੈ। ਹੋਰ ਸਿਆਸੀ ਪਾਰਟੀਆਂ ਵੀ ਲਗਾਤਾਰ ਅੱਗੇ ਆ ਰਹੀਆਂ ਨੇ। ਸੋ ਸਮਝਿਆ ਜਾ ਸਕਦਾ ਹੈ ਸਿਆਸੀ ਪਾਰਟੀਆਂ ਇਸ ਦਾ ਵਿਰੋਧ ਜਿਹੜਾ ਉਹ ਕਰਨ ਤੇ ਉਤਰ ਆਈਆਂ ਨੇ। ਹੁਣ ਵੇਖਣਾ ਹੋਏਗਾ ਸਿਆਸੀ ਪਾਰਟੀਆਂ ਸਰਕਾਰ ਦੇ ਇਸ ਫੈਸਲੇ ਨੂੰ ਬਦਲਣ ਵਿੱਚ ਜਾਂ ਕਹਿ ਲਈਏ ਬਦਲਣ ਲਈ ਮਜਬੂਰ ਕਰਨ ਵਿੱਚ ਕਿੱਥੋਂ ਤੱਕ ਕਾਮਯਾਬ ਹੁੰਦੀਆਂ ਨੇ। ਇਸ ਫੈਸਲੇ ਦਾ ਸਭ ਤੋਂ ਵੱਡਾ ਸੇਕ ਅਗਰ ਲੱਗਿਆ ਤਾਂ ਉਹ ਮੁਲਾਜ਼ਮਾਂ ਨੂੰ ਲੱਗਿਆ। ਇਸ ਥਰਮਲ ਪਲਾਂਟ ਦੇ ਵਿੱਚ ਹਜ਼ਾਰਾਂ ਮੁਲਾਜ਼ਮ ਜਿਹੜੇ ਸੀ ਉਹ ਕੰਮ ਕਰਦੇ ਸੀ, ਜਿਨ੍ਹਾਂ ਨੂੰ ਜਾਂ ਤਾਂ ਘਰਾਂ ਵਿੱਚ ਭੇਜ ਦਿੱਤਾ ਗਿਆ, ਜੋ ਕੱਚੇ ਕਾਮੇ ਸੀ ਉਹਨਾਂ ਨੂੰ ਵੱਡੀ ਨਮੋਸ਼ੀ ਝੱਲਣੀ ਪਈ ਹੈ। ਨਾਲ ਹੀ ਜੋ ਪੱਕੇ ਮੁਲਾਜ਼ਮ ਸੀ ਉਹਨਾਂ ਨੂੰ ਦੂਰ ਦੁਰੇਡੇ ਦੇ ਥਰਮਲ ਪਲਾਂਟਾਂ ਦੇ ਵਿੱਚ ਜਿਹੜਾ ਉਹ ਤਬਦੀਲ ਕਰ ਦਿੱਤਾ ਗਿਆ। ਉਹਨਾਂ ਲਈ ਜ਼ਿਆਦਾ ਕਸ਼ਟਦਾਇਕ ਹੋ ਗਿਆ ਅੱਗੇ ਕੰਮ ਕਰਨਾ, ਹਾਲਾਂਕਿ ਉਹਨਾਂ ਨੂੰ ਵਾਰੀ-ਵਾਰੀ ਭਰੋਸੇ ਦਿੱਤੇ ਗਏ ਸੀ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਡਿਸਕਸ ਕਰਦੇ ਹਾਂ। ਸੋ ਇਸ ਪੂਰੇ ਮੁੱਦੇ 'ਤੇ ਸਾਡੇ ਨਾਲ ਮੁਲਾਜ਼ਮ ਆਗੂ ਗੁਰਸੇਵਕ ਸਿੰਘ ਸੰਧੂ ਜੁੜ ਚੁੱਕੇ ਨੇ। ਇਹਨਾਂ ਤੋਂ ਜਾਣਕਾਰੀ ਲੈਂਦੇ ਹਾਂ। ਗੁਰਸੇਵਕ ਸਿੰਘ ਜੀ, ਤੁਹਾਡਾ ਸਵਾਗਤ ਹੈ ਬਠਿੰਡਾ ਖਬਰਨਾਮਾ ਦੇ ਵਿੱਚ। ਧੰਨਵਾਦ ਜੀ, ਸ਼ੁਕਰੀਆ। ਗੁਰਸੇਵਕ ਜੀ, ਕਿੰਨਾ ਕੁ ਠੱਗੇ ਮਹਿਸੂਸ ਕਰ ਰਹੇ ਹੋ? ਤੁਹਾਡੇ ਨਾਲ ਵਾਅਦਾ ਹੋਇਆ ਸੀ ਕਿ ਬਠਿੰਡਾ ਦੇ ਥਰਮਲ ਪਲਾਂਟ ਦੀਆਂ ਚਿਮਨੀਆਂ 'ਚੋਂ ਧੂੰਆਂ ਨਿਕਲੇਗਾ, ਕੀ ਕਹਿਣਾ ਚਾਹੋਗੇ ਪਹਿਲਾਂ ਇਸੇ ਵਾਅਦੇ 'ਤੇ? ਸਾਡੇ ਨਾਲ ਜਿਹੜਾ ਧੋਖਾ ਹੋਇਆ ਹੈ, ਇਹ ਸ਼ਾਇਦ ਜ਼ਿੰਦਗੀ ਦੇ ਵਿੱਚ ਮੇਰੀ ਉਮਰ 56 ਸਾਲ ਦੀ ਹੋ ਗਈ ਤੇ ਮੈਂ ਪਹਿਲੀ ਵਾਰੀ ਮਹਿਸੂਸ ਕੀਤਾ ਹੈ ਸਾਡੇ ਨਾਲ ਧੋਖਾ ਹੋਇਆ। ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਹੋਇਆ, ਬਿਜਲੀ ਮੁਲਾਜ਼ਮਾਂ ਦੇ ਨਾਲ ਧੋਖਾ ਹੋਇਆ ਤੇ ਧੋਖਾ ਕੀਤਾ ਵੀ ਕਿਹਨੇ? ਸਾਡੇ ਆਪਣਿਆਂ ਨੇ, ਕਿ ਜਿਨ੍ਹਾਂ ਨੇ ਸਾਨੂੰ ਵੱਡੇ ਵੱਡੇ ਲਾਲੀਪੌਪ ਦਿੱਤੇ। 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਰਦਾਰ ਮਨਪ੍ਰੀਤ ਸਿੰਘ ਬਾਦਲ ਜਦੋਂ ਸਾਡੇ ਥਰਮਲ ਦੇ ਗੇਟ ਦੇ ਉੱਤੇ ਆਏ, ਸਾਡਾ ਧਰਨਾ ਚੱਲ ਰਿਹਾ ਸੀਗਾ ਕਿ ਬਠਿੰਡਾ ਥਰਮਲ ਨੂੰ ਕਿਉਂ ਬੰਦ ਕੀਤਾ ਜਾ ਰਿਹਾ ਹੈ, ਤਾਂ ਇਹਨਾਂ ਨੇ ਆ ਕੇ ਉੱਥੇ ਬੜੇ ਹੀ ਸੋਹਣੇ ਢੰਗ ਦੇ ਨਾਲ ਇਹਨਾਂ ਨੇ ਜਿਹੜਾ ਭਾਸ਼ਣ ਦਿੱਤਾ ਔਰ ਉੱਥੇ ਇਹਨਾਂ ਨੇ ਇਹ ਗੱਲ ਕਹੀ ਕਿ ਇਹ ਜਿਹੜਾ ਥਰਮਲ ਪਲਾਂਟ ਹੈ ਇਹ ਇਕੱਲਾ ਸੀਮੈਂਟ ਬਜਰੀ ਰੇਤੇ ਦਾ ਨਹੀਂ ਬਣਿਆ ਹੋਇਆ,
ਇਹ ਜਿਹੜਾ ਥਰਮਲ ਪਲਾਂਟ ਹੈ ਇਹ ਮੁਲਾਜ਼ਮਾਂ ਮਜ਼ਦੂਰਾਂ ਦੀਆਂ ਹੱਡੀਆਂ ਮਾਸ ਤੇ ਖੂਨ ਦਾ ਬਣਿਆ ਹੋਇਆ ਹੈ। ਔਰ ਜਦੋਂ ਮੈਂ ਗਿੱਦੜਵੇ ਤੋਂ ਬਠਿੰਡੇ ਨੂੰ ਆਉਣਾ ਹੈ ਤੇ ਮੈਂ ਇਹਦੀਆਂ ਉਦਾਸ ਪਈਆਂ ਚਿਮਨੀਆਂ ਵੇਖਦਾ ਤਾਂ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ, ਮੇਰਾ ਮਨ ਉਦਾਸ ਹੋ ਜਾਂਦਾ ਹੈ। ਤੇ ਅਸੀਂ ਇਹਨਾਂ ਦੀਆਂ ਇਹ ਗੱਲਾਂ ਸੁਣ ਕੇ ਅਸੀਂ ਇਹਨਾਂ ਦੇ ਉੱਤੇ ਬੜਾ ਵਿਸ਼ਵਾਸ ਕੀਤਾ ਕਿ ਵੀ ਇਹ ਜਿਹੜੀਆਂ ਵੀ ਰੁੱਸੀਆਂ ਬਹਾਰਾਂ ਪੰਜਾਬ ਦੇ ਵਿੱਚੋਂ ਗਈਆਂ ਉਹ ਮੁੜ ਕੇ ਪੰਜਾਬ ਦੇ ਵਿੱਚ ਆਉਣਗੀਆਂ। ਇਹ ਸਾਰੀਆਂ ਬੰਦ ਪਈਆਂ ਚਿਮਨੀਆਂ ਜਿਹੜੀਆਂ ਇਹਨਾਂ ਦੇ ਵਿੱਚੋਂ ਧੂੰਆਂ ਨਿਕਲੂਗਾ, ਜਿੱਥੇ ਘਾਹ ਉੱਗਰਿਆ ਹੋਇਆ ਫੈਕਟਰੀਆਂ ਦੇ ਵਿੱਚ ਉਹ ਸਾਰੀਆਂ ਫੈਕਟਰੀਆਂ ਚੱਲਣਗੀਆਂ। ਤਾਂ ਅਸੀਂ ਇਹਨਾਂ ਦੇ ਉੱਤੇ ਬਹੁਤ ਵੱਡਾ ਪੰਜਾਬ ਦੇ ਲੋਕਾਂ ਨੇ ਯਕੀਨ ਕੀਤਾ। ਔਰ ਜਿਹੜਾ ਇਹਨਾਂ ਨੇ ਚੋਣ ਮੈਨੀਫੈਸਟੋ ਬਣਾਇਆ ਹੈ ਉਹਦੇ ਵੀ ਚੇਅਰਮੈਨ ਸੀਗੇ, ਉਹਦੇ ਵਿੱਚ ਵੀ ਇਹਨਾਂ ਨੇ ਇਸ ਬਠਿੰਡਾ ਥਰਮਲ ਪਲਾਂਟ ਦਾ ਜ਼ਿਕਰ ਕੀਤਾ, ਜੋ ਕਿ ਗੁਰੂ ਨਾਨਕ ਦੇਵ ਜੀ ਦੇ 500ਵੇਂ ਜਨਮ ਦਿਨ ਦੇ ਉੱਤੇ ਉਹਦੀ ਸਮਰਪਿਤ ਕਰਕੇ ਉਹਦਾ ਨੀਂਹ ਪੱਥਰ ਰੱਖਿਆ ਗਿਆ ਸੀਗਾ। ਔਰ ਜਿਹੜਾ ਇਹਦੀ 2007 ਤੋਂ ਲੈ ਕੇ ਤੇ 2014 ਤੱਕ ਜਿਹੜਾ ਇਹਦੀ ਰੈਨੋਵੇਸ਼ਨ ਹੋਈ ਔਰ ਇਹ ਤੇ 750 ਕਰੋੜ ਰੁਪਈਆ ਲੱਗਿਆ। ਤੇ ਇਹਨੂੰ ਜਿਹੜਾ ਬੰਦ ਕਰਨਾ ਬਿਲਕੁਲ ਵੀ ਵਾਜਬ ਨਹੀਂ ਹੈਗਾ ਔਰ ਸਰਕਾਰ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ। ਦੇਖੋ ਚਲੋ ਸਿਆਸੀ ਵਾਅਦਾ ਖਿਲਾਫੀ ਤਾਂ ਬਿਲਕੁਲ ਹੋਈ ਹੈ। ਤੇ ਇੱਕ ਇਹਨਾਂ ਜਿਹੜਾ ਇਹ ਥਰਮਲ ਪਲਾਂਟ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਹੈ ਉਹ 500 ਸਾਲਾਂ ਤੇ ਹੋਂਦ 'ਚ ਆਇਆ ਸੀ ਤੇ ਉਸ ਤੋਂ ਬਾਅਦ ਇਸ ਦੀ ਹੋਂਦ ਵੀ ਮਿਟਾਈ ਜਾ ਰਹੀ ਹੈ 550 ਸਾਲਾਂ ਤੇ ਇਸ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਇਸ ਦਾ ਗੱਲ ਦਾ ਵੀ ਬਹੁਤ ਵੱਡਾ ਦੁੱਖ ਹੈ ਕਿ ਇੱਕ ਪਾਸੇ ਦਾ ਅਸੀਂ ਜਿਹੜਾ ਕਰਤਾਰਪੁਰ ਦਾ ਲਾਂਘਾ ਖੋਲ੍ਹੀ ਜਾਂਦੇ ਹਾਂ ਤੇ ਦੂਸਰੇ ਪਾਸੇ ਅਸੀਂ ਜਿਹੜੀਆਂ ਸਿੱਖ ਸੰਗਤਾਂ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ 550 ਸਾਲਾ ਜਸ਼ਨ ਮਨਾਉਣ ਦੀਆਂ ਉਹਨਾਂ ਦੇ ਜਨਮ ਦਿਨ ਦੀਆਂ ਸੰਗਤਾਂ ਤਿਆਰੀ ਕਰ ਰਹੀਆਂ ਤੇ ਦੂਸਰੇ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਜਿਹੜੀ ਹੈ ਉਹਨਾਂ ਦੇ ਨਾਲ ਬਾਬੇ ਨਾਨਕ ਦੇ ਉਹਨਾਂ ਦੇ ਜਨਮ ਦਿਨ ਦੇ ਨਾਲ ਜੁੜੀ ਹੋਈ ਉਹਨਾਂ ਦੀ ਯਾਦਗਾਰ ਹੈ ਜਿਹੜੀ ਉਹਨੂੰ ਢਾਉਣ ਦੇ ਵਾਸਤੇ ਮਤੇ ਪਾਸ ਕਰ ਰਹੀ ਹੈ। ਇਹਦੇ ਕਰਕੇ ਜਿਹੜਾ ਵੀ ਸਰਕਾਰ ਨੇ, ਮੈਂ ਡਰਾਮਾ ਹੀ ਕਹੂੰਗਾ ਉਹਨੂੰ, ਕਿ ਜਿਹੜਾ ਵੀ ਸਰਕਾਰ ਨੇ ਉਹ ਡਰਾਮਾ ਕੀਤਾ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ ਤੇ ਉਹ ਸਾਰੇ ਜਿਹੜੇ ਹੈ ਮੈਂ ਸਮਝਦਾ ਕਿ ਬੇਅਰਥ ਹੈ, ਕਿਉਂਕਿ ਉਹਨਾਂ ਦੀ ਯਾਦਗਾਰ ਜਿਹੜੀ ਹੈ ਐਡੀ ਵੱਡੀ ਯਾਦਗਾਰ ਨਸ਼ਟ ਕਰਨੀ ਇਹ ਲੋਕਾਂ ਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਜਿਹੜੀ ਠੇਸ ਆ ਲੋਕਾਂ ਦੇ ਬਹੁਤ ਪਹੁੰਚੀ ਹੈ ਤੇ ਇਸ ਲੋਕ ਜਿਹੜੇ ਹੈ ਉਹ ਸਰਕਾਰ ਨੂੰ ਕਦੇ ਵੀ ਮਾਫ ਨਹੀਂ ਕਰਨਗੇ। ਗੁਰਸੇਵਕ ਜੀ, ਇੱਕ ਤੁਹਾਡੇ ਨਾਲ ਵਾਅਦਾ ਜਿਹੜਾ ਕੀਤਾ ਗਿਆ ਸੀ, ਸਰਕਾਰ ਵੱਲੋਂ ਵੀ ਐਲਾਨ ਕੀਤਾ ਗਿਆ ਸੀ ਕਿ ਇਹ ਕੁਝ ਇੱਕ ਯੂਨਿਟ ਇਹਦਾ ਫਿਲਹਾਲ ਪਰਾਲੀ ਦੇ ਚਲਾਇਆ ਜਾਊਗਾ, ਉਹਦੇ ਵਾਸਤੇ ਕੀ ਦਲੀਲ ਦਿੱਤੀ ਹੈ? ਹੁਣ ਪਰਾਲੀ ਦੇ ਵੀ ਜਿਹੜਾ ਉਸ ਤੋਂ ਵੀ ਮੁੱਕਰ ਗਈ ਸਰਕਾਰ। ਗੱਲ ਮੁੜ ਘੁੜ ਕੇ ਉੱਥੇ ਆ ਜਾਂਦੀ ਹੈ ਜੀ ਕਿ ਜਿਹੜਾ ਬਠਿੰਡਾ ਥਰਮਲ ਦੀ ਜ਼ਮੀਨ ਹੈ ਇਹ ਕੁਛ ਤਾਂ ਪਹਿਲਾਂ ਅੰਬੂਜਾ ਸੈਕਟਰੀ ਨੂੰ ਦੇ ਦਿੱਤੀ ਗਈ ਹੈ ਤੇ ਹੁਣ ਜਿਹੜਾ ਇਹਨਾਂ ਨੇ 22/6 ਨੂੰ ਜਿਹੜਾ ਮਤਾ ਪਾਇਆ 1764 ਏਕੜ ਜ਼ਮੀਨ ਦਾ ਉਹ ਪੁੱਡਾਂ ਨੂੰ ਤਬਦੀਲ ਕਰਨ ਦਾ, ਉਹ ਇੱਕ ਕਿਸਮ ਦੇ ਨਾਲ ਜਿਹੜਾ ਭੂ ਮਾਫੀਆ ਹੈ ਉਹਦੇ ਵਾਸਤੇ ਟੇਢੇ ਢੰਗ ਦੇ ਨਾਲ ਰਾਹ ਜਿਹੜਾ ਉਹ ਪੱਧਰਾ ਕੀਤਾ ਜਾ ਰਿਹਾ ਹੈ। ਪਹਿਲਾਂ ਤਾਂ ਇਹ ਜਿਹੜੀ ਆ ਸਿਵਲ ਲਾਈਨ ਵਾਲੀ ਹੈ, ਪੁਲਿਸ ਲਾਈਨ ਵਾਲੀ ਜਿਹੜੀ ਵੀ ਜਗ੍ਹਾ ਹੈਗੀ ਹੈ ਇਹਨੂੰ ਉਸ ਦੇ ਬਹਾਨੇ ਇੱਥੋਂ ਖਾਲੀ ਕਰਵਾ ਕੇ ਪਹਿਲਾਂ ਤਾਂ ਇਹਦੀਆਂ ਜਿਹੜੀਆਂ ਰੇਵੜੀਆਂ ਵੱਟੀਆਂ ਜਾਣਗੀਆਂ, ਇਹ ਜਿਹੜੀ ਹੈ ਅਡਾਨੀਆਂ ਬਾਡੀਆਂ ਨੂੰ ਤੇ ਜਾਂ ਵੱਡੇ ਵੱਡੇ ਭੂ ਮਾਫੀਆਂ ਨੂੰ ਸਸਤੇ ਭਾਵਾਂ ਦੇ ਵਿੱਚ ਦੇ ਕੇ ਆਪਦੀਆਂ ਹਿੱਸੇਦਾਰੀਆਂ ਰੱਖੀਆਂ ਜਾਣਗੀਆਂ। ਔਰ ਜਿੱਥੋਂ ਤੱਕ ਪਰਾਲੀ ਦੀ ਗੱਲ ਹੈ, ਪਰਾਲੀ ਦਾ ਜਿਹੜਾ ਸਾਡੀ ਮੈਨੇਜਮੈਂਟ ਨੇ ਜਿਹੜਾ ਇੱਕ ਏਜੰਡਾ ਤਿਆਰ ਕੀਤਾ, ਬੜੀ ਮਿਹਨਤ ਕੀਤੀ ਉਹਦੇ ਉੱਤੇ। ਡੈਨਮਾਰਕ ਦੀ ਇੱਕ ਕੰਪਨੀ ਜੇ ਉਹਨਾਂ ਦੇ ਇੰਜੀਨੀਅਰ ਵੀ ਆਏ, ਉਹਨਾਂ ਦੇ ਬਿਲਕੁਲ ਸਰਵੇ ਹੋਏ ਨੇ, ਉਹਨਾਂ ਦੇ ਉੱਤੇ ਬੜੇ ਖਰਚੇ ਕੀਤੇ ਔਰ ਉਹ ਵੀ ਬੜੇ ਖੁਸ਼ ਹੋਏ ਆ ਕੇ। ਉਹਨਾਂ ਨੇ ਵੀ ਆਪਦੀ ਰਿਪੋਰਟ ਦੇ ਵਿੱਚ ਕਿਹਾ ਕਿ ਇਹ ਵਿਸ਼ਵ ਦਾ ਇੱਕ ਬਹੁਤ ਵੱਡਾ ਥਰਮਲ ਪਲਾਂਟ ਹੋਊਗਾ। ਅੱਜ ਤੱਕ ਵਿਸ਼ਵ ਦੇ ਵਿੱਚ ਕਿਤੇ ਵੀ 60-62 ਮੈਗਾਵਾਟ ਦਾ ਪਰਾਲੀ ਵਾਲਾ ਪਲਾਂਟ ਨਹੀਂ ਹੈ ਤੇ ਜੇਕਰ ਇਹ ਉਹ ਏਜੰਡਾ ਪਾਸ ਹੋ ਜਾਂਦਾ ਤਾਂ ਬਠਿੰਡੇ ਸ਼ਹਿਰ ਦਾ, ਬਠਿੰਡੇ ਥਰਮਲ ਕਰਕੇ ਪਰਾਲੀ ਨਾਲ ਚੱਲਣ ਕਰਕੇ ਵਿਸ਼ਵ ਦੇ ਵਿੱਚ ਇਹਦਾ ਨਾਂ ਫਿਰ ਗੁੰਜਰ ਜਿਹੜਾ ਲੱਗ ਪੈਣਾ ਸੀਗਾ। ਸੋ ਇਸ ਕਰਕੇ ਉਹ ਉਸ ਏਜੰਡੇ ਨੂੰ ਜਿਹੜੀ ਸਾਡੀ ਮੈਨੇਜਮੈਂਟ ਨੇ ਬਣਾਇਆ, WTD ਨੇ ਹੋਰ ਟਾਈਮ ਡਾਇਰੈਕਟਰ ਨੇ ਪਾਸ ਕੀਤਾ, ਉਦੋਂ ਮਗਰੋਂ ਜਿਹੜੇ ਆ BOD ਨੇ ਬੋਰਡ ਆਫ ਡਾਇਰੈਕਟਰਸ ਜਿਹੜੇ ਉਹਦੇ ਵਿੱਚ ਪਾਵਰ ਸੈਕਟਰੀ ਵਗੈਰਾ IAS ਆਲਾ ਅਫਸਰ ਹੁੰਦੇ ਆ ਪੰਜਾਬ ਸਰਕਾਰ ਦੇ, ਉਹਨਾਂ ਨੇ ਵੀ ਬੜੀ ਬਰੀਕੀ ਦੇ ਵਿੱਚ ਲਿਆ ਕੇ ਬਰੀਕ ਛਾਣਨੀ ਲਾ ਕੇ ਇਹਦਾ ਫੈਸਲਾ ਕੀਤਾ। ਤੇ ਸਿਰਫ ਤੇ ਉਹ ਆਖਰੀ ਪੜਾਅ ਦੇ ਉੱਤੇ ਸੀਗਾ ਕਿ ਜਾਂ ਤਾਂ ਉਹਨੂੰ CM ਸਾਹਿਬ ਮਨਜ਼ੂਰੀ ਦੇ ਦਿੰਦੇ ਜਾਂ ਆਪਣੀ ਕੈਬਨਿਟ 'ਚੋਂ ਪਾਸ ਕਰਵਾ ਲੈਂਦੇ। ਪਰ ਉੱਥੇ ਕੁਝ ਕੁ ਸਿਆਸੀ ਇਹਨਾਂ ਨੇ ਕੈਬਨਿਟ ਮੰਤਰੀਆਂ ਨੇ ਕਹਿ ਲਓ, MLA ਨੇ ਕਹਿ ਲਓ ਕਿ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਜ਼ਮੀਨ ਰੜਕਦੀ ਸੀ, ਉਹ ਬਹਾਨਾ ਬਣਾ ਕੇ, ਚਾਹੇ ਵਿੱਚੋਂ ਬਿਊਰੋਕ੍ਰੇਸੀ ਦੇ ਅਫਸਰ ਵੀ ਹੈਗੇ ਵਿੱਚ, ਸਾਨੂੰ ਪਤਾ ਹੈ ਕਿ ਉਹਨਾਂ ਨੇ ਇਹਦਾ ਸਿਰਫ ਬਹਾਨਾ ਬਣਾਇਆ ਕਿ ਇਹ ਤਾਂ ਜੀ ਸ਼ਹਿਰ ਦੇ ਵਿੱਚ ਇਹ ਪੋਲੂਸ਼ਨ ਪੈਦਾ ਕਰੂਗਾ, ਇਹ ਤਾਂ ਜੀ ਆਪਾਂ ਕਿਤੇ ਬਾਹਰ ਲਾ ਲਾਂਗੇ, ਉੱਧਰ ਲਾ ਲਾਂਗੇ। ਇਹਦੇ ਪਿੱਛੇ ਜਿਹੜੇ ਪ੍ਰਾਈਵੇਟ ਜਿਨ੍ਹਾਂ ਦੇ ਪਰਾਲੀ ਵਾਲੇ ਪਲਾਟ ਲੱਗੇ 8-10 ਮੈਗਾਵਾਟ ਦੇ, 12-15 ਮੈਗਾਵਾਟ ਦੇ, ਜਿਨ੍ਹਾਂ ਦੇ ਨਾਲ ਸਰਕਾਰ ਨੇ 8 ਰੁਪਏ 16 ਪੈਸੇ ਜਿਹੜੇ ਹੈ ਸਮਝੌਤੇ ਕੀਤੇ ਹੈ ਤੇ ਹਰ ਸਾਲ 5% ਇਨਕਰੀਜ਼ ਹੋਣੇ ਹੈ, ਉਹਨਾਂ ਨੇ ਵੀ ਜਾ ਕੇ ਜਿਹੜਾ ਆਪਦੇ ਢੋਲ ਉੱਥੇ ਖੜਕਾਏ ਕਿ ਅਸੀਂ ਤਾਂ ਬਰਬਾਦ ਹੋ ਜਾਵਾਂਗੇ, ਅਸੀਂ ਪੱਟੇ ਜਾਵਾਂਗੇ। ਤੇ ਹੋ ਸਕਦਾ ਵੀ ਉਹਨਾਂ ਨੇ ਕੋਈ ਮਾੜਾ ਮੋੜ ਕੋਈ ਆਪਦੇ ਕਮਿਸ਼ਨ ਜਾਂ ਕੋਈ ਹੋਰ ਕੋਈ ਹਰ ਹੀਲਾ ਹੀ ਵਰਤਿਆ ਹੋਵੇ। ਇਹਦੇ ਕਰਕੇ ਫਿਰ ਇਹ ਦਲੀਲਾਂ ਦੇ ਕੇ ਸਾਰੀਆਂ ਇਹਨਾਂ ਨੇ
ਤੇ ਜਿਹੜਾ ਇਹਨੂੰ ਜਿਹੜਾ ਠੰਡੇ ਬਸਤੇ 'ਚ ਪਾਤਾ ਤੇ ਸਰਕਾਰ ਨੇ ਨਾ ਕਰਤੀ। ਤੁਹਾਨੂੰ ਕੋਈ ਦਲੀਲ ਦਿੱਤੀ ਹੋਊਗੀ ਜਦੋਂ ਇਹ ਪ੍ਰੋਜੈਕਟ ਠੰਡੇ ਬਸਤੇ 'ਚ ਪਾਇਆ, ਤੁਹਾਨੂੰ ਕੀ ਕਿਹਾ ਗਿਆ? ਤੁਸੀਂ ਵੀ ਪੁੱਛਿਆ ਹੋਊਗਾ ਉਹਨਾਂ ਨੂੰ ਪਰਾਲੀ ਵਾਲਾ ਪ੍ਰੋਜੈਕਟ? ਸਰਕਾਰ ਦੀਆਂ ਅੰਦਰੂਨੀ ਗੱਲਾਂ ਜੀ ਉਹ ਫਾਈਲਾਂ ਫੂਲਾਂ ਦੇ ਵਿੱਚ ਦੱਬੀਆਂ ਰਹਿ ਜਾਂਦੀਆਂ ਤੇ ਸਾਨੂੰ ਕੋਈ ਸਿੱਧੀ ਗੱਲ ਤਾਂ ਨਾ ਤਾਂ ਖਜ਼ਾਨਾ ਮੰਤਰੀ ਨੇ ਕਹੀ, ਨਾ ਕੋਈ ਸੀਐਮ ਸਾਹਿਬ ਨੇ ਕਹੀ, ਨਾ ਸਾਡੇ ਪਾਵਰ ਸੈਕਟਰੀ ਨੇ ਦੱਸਿਆ ਸਾਨੂੰ। ਸਿਰਫ ਤੇ ਸਿਰਫ ਮਾੜਾ ਮੋਟਾ ਕੋਈ ਕਨਸੂਆਂ ਮਿਲਦੀਆਂ ਸੀਗੀਆਂ ਕਿ ਇਹਨਾਂ ਬਠਿੰਡਾ ਸ਼ਹਿਰ ਦੇ ਵਿੱਚ ਹੈ, ਜਦੋਂ ਕਿ ਇਹਦਾ ਪੋਲੂਸ਼ਨ 0% ਸੀਗਾ। ਉਹ ਜਿਹੜੀ ਰਿਪੋਰਟ ਬਣੀ ਆ ਸਾਰੀ ਸਾਡੀ ਇੰਜੀਨੀਅਰਾਂ ਨੇ ਬਣਾਈ ਹੈ ਉਹਦੇ ਵਿੱਚ ਉਹ 0% ਇਹਦਾ ਪੋਲੂਸ਼ਨ ਹੈ ਕਿ ਜਿਹੜਾ ਪਰਾਲੀ ਦਾ 0% ਵੀ ਇਹਦਾ ਪੋਲੂਸ਼ਨ ਨਹੀਂ ਹੋਊਗਾ। ਇੱਕ 2007 ਤੋਂ ਲੈ ਕੇ 2014 ਤੱਕ ਰਿਨੋਵੇਸ਼ਨ ਹੋਈ ਸੀ, ਨਵੀਨੀਕਰਨ ਹੋਇਆ ਹੈ ਨਾ, ਤੇ ਉਸ ਵੇਲੇ ਪੂਰੀ ਤਰ੍ਹਾਂ ਮੈਨੂੰ ਯਾਦ ਹੈ ਕਿ ਕੇਂਦਰ ਸਰਕਾਰ ਵੱਲੋਂ ਬਾਕਾਇਦਾ ਇੱਕ ਪ੍ਰਸ਼ੰਸਾ ਪੱਤਰ ਵੀ ਜਿਹੜਾ ਉਹ ਮੈਨੇਜਮੈਂਟ ਨੂੰ ਜਾਰੀ ਕੀਤਾ ਸੀ ਕਿ ਬੜਾ ਵਧੀਆ ਨਵੀਨੀਕਰਨ ਹੋਇਆ ਔਰ ਇਸ ਦੀ ਲਾਈਫ ਜਿਹੜੀ ਹੈ ਬੜੀ ਸਹੀ ਹੋ ਗਈ। ਤੇ ਇਸ ਦੇ ਬਾਵਜੂਦ ਕਿਉਂ ਨਹੀਂ ਪ੍ਰਵਾਨਗੀ ਮਿਲੀ ਇਸ ਨੂੰ ਅੱਗੇ ਚਲਾਉਣ ਦੇ ਲਈ? ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਜੀ। 400-500 ਕਰੋੜ ਰੁਪਇਆ ਖਰਚਿਆ ਗਿਆ ਉਸ ਵੇਲੇ। ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਇਹ ਪ੍ਰੋਜੈਕਟ ਰੈਨੋਵੇਟ ਹੋਏ ਹੈ ਤੇ ਉਹ ਸੈਂਟਰਲ ਇਲੈਕਟ੍ਰਿਸਿਟੀ ਅਥਾਰਟੀ ਦੀ ਮਨਜ਼ੂਰੀ ਦੇ ਨਾਲ, ਉਹਦੀ ਸਲਾਹ ਦੇ ਨਾਲ ਇਹ ਪ੍ਰੋਜੈਕਟ ਵੀ ਜਿਹੜਾ ਰੈਨੋਵੇਟ ਹੋਇਆ ਔਰ ਇਹਦੀ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਜਿਹੜੇ ਥਰਮਲ ਪਲਾਂਟ ਰੈਨੋਵੇਟ ਹੋਏ ਹੈ ਉਹਨਾਂ ਦੇ ਸਾਰਿਆਂ ਦੇ ਵਿੱਚੋਂ ਜਿਹੜੀ ਇਹਦੀ ਰੈਨੋਵੇਸ਼ਨ ਹੈ ਉਹ ਸਕਸੈਸਫੁਲ ਸੀਗੀ ਔਰ ਸੈਂਟਰ ਗਵਰਨਮੈਂਟ ਦੇ ਵੱਲੋਂ ਸਾਡੀ ਮੈਨੇਜਮੈਂਟ ਨੂੰ ਜਿਹੜਾ ਇੱਕ ਪ੍ਰਸ਼ੰਸਾ ਪੱਤਰ ਵੀ ਦਿੱਤਾ ਗਿਆ ਕਿ ਇਹਦਾ ਕੰਮ ਆ ਜਿਹੜਾ ਬੜਾ ਸਕਸੈਸਫੁਲ ਹੋਇਆ, ਬਹੁਤ ਵਧੀਆ ਹੋਇਆ ਤੇ ਬੜੇ ਟਾਈਮ ਦੇ ਨਾਲ ਹੋਇਆ। ਤੇ ਉਹਦੇ ਉੱਤੇ ਸਾਡਾ 750 ਕਰੋੜ ਰੁਪਈਆ ਜਿਹੜਾ ਉਹ 'ਤੇ ਖਰਚ ਕਰਕੇ ਤੇ ਅਸੀਂ ਬਿਲਕੁਲ ਇਹਨੂੰ ਨਵਾਂ ਬਣਾਤਾ ਸੀਗਾ। 4 ਨੰਬਰ ਯੂਨਿਟ ਜਿਹੜਾ ਦਾ ਹਲੇ 100 ਦਿਨ ਨੂੰ ਨਹੀਂ ਚੱਲਿਆ ਸੀਗਾ, ਉਹ ਹਜੇ ਉਹ ਗਰੰਟੀ ਪੀਰੀਅਡ ਦੇ ਵਿੱਚ ਪਿਆ ਹੈ। ਤੇ ਜੇਕਰ ਉਹ ਸਾਨੂੰ ਹਜੇ ਵੀ ਸਰਕਾਰ ਜਿਵੇਂ ਮਾਨਯੋਗ ਖਜ਼ਾਨਾ ਮੰਤਰੀ ਕਹਿੰਦੇ ਆ ਕਿ ਇਹਦੀ ਪਹਿਲਾਂ 11 ਰੁਪਏ ਕਹਿੰਦੇ ਸੀਗੇ ਕਿ ਹੁਣ ਕਹਿੰਦੇ ਆ ਵੀ 7 ਰੁਪਏ 70 ਪੈਸੇ ਪੈਂਦੀ ਹੈ। ਅਸੀਂ ਅੱਜ ਵੀ ਇਹਨਾਂ ਨੂੰ ਗੱਲ ਕਹਿੰਦੇ ਆ ਕਿ ਸਾਨੂੰ ਅੱਜ ਵੀ ਮੌਕਾ ਦਿਓ, ਅਸੀਂ ਉਹਨੂੰ 80-85% ਤੇ ਚਲਾ ਕੇ ਲੋਡ ਫੈਕਟਰ ਦੇ ਉੱਤੇ ਅਸੀਂ ਅੱਜ ਵੀ ਬਿਜਲੀ ਉਹਦੀ 4-4.5 ਰੁਪਏ ਤੁਹਾਨੂੰ ਕੱਢ ਕੇ ਦੇਵਾਂਗੇ। ਤੁਸੀਂ 4-4.5 ਕਹਿ ਰਹੇ ਹੋ, ਜਦੋਂ ਕਿ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਤਾਂ ਇਹ ਕਿਹਾ ਕਿ 7 ਰੁਪਏ 70 ਪੈਸੇ ਯੂਨਿਟ ਜਿਹੜੀ ਹੈ ਬਠਿੰਡਾ ਥਰਮਲ ਪਲਾਂਟ ਤੋਂ ਉਹਨਾਂ ਨੂੰ ਪੈਂਦੀ ਸੀ, ਜਦੋਂ ਕਿ ਬਾਹਰੋਂ ਉਹ ਖਰੀਦ ਰਹੇ ਨੇ 2 ਰੁਪਏ ਕੁਛ ਪੈਸੇ, 2 ਰੁਪਏ 70 ਪੈਸੇ ਕਹਿ ਲਓ, ਉਹਨਾਂ ਨੂੰ ਬਾਹਰੋਂ ਯੂਨਿਟ ਪ੍ਰਤੀ ਯੂਨਿਟ ਬਿਜਲੀ ਮਿਲ ਰਹੀ ਹੈ। ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਜੇ ਉਹਨਾਂ ਨੂੰ ਬਾਹਰੋਂ, ਪਹਿਲੀ ਗੱਲ ਤਾਂ ਜੀ ਇਸ ਗੱਲ ਦੇ ਵਿੱਚ ਇਹ ਝੂਠ ਹੈ ਕਿ 2 ਰੁਪਏ 70 ਪੈਸੇ ਨਹੀਂ, 4 ਰੁਪਏ 50-55-60 ਪੈਸੇ ਬਿਜਲੀ ਜਿਹੜੀ ਸਾਨੂੰ ਹੈ ਜਿਹੜੀ ਉਹ ਸੈਂਟਰ ਪੂਲ ਤੋਂ ਸਾਨੂੰ ਮਿਲਦੀ ਹੈ। ਔਰ ਜੇਕਰ ਇਹਨਾਂ ਨੂੰ ਚੱਲ 2 ਰੁਪਏ 70 ਪੈਸੇ ਮਿਲਦੀ ਹੈ ਤਾਂ ਫਿਰ ਲੋਕਾਂ ਨੂੰ ਜਿਹੜੀ ਆ 10 ਰੁਪਏ ਬਿਜਲੀ ਜਿਹੜੀ ਹੈ ਉਹ ਕਿਉਂ ਦਿੱਤੀ ਜਾ ਰਹੀ ਹੈ? ਬਿਲਕੁਲ ਸਵਾਲ ਉੱਠਦਾ ਹੈ। ਉਹ ਮਤਲਬ ਜਿਹੜੀ ਸਰਕਾਰ ਆ ਉਹ ਇੰਨਾ ਮੁਨਾਫਾ ਜਿਹੜੀ ਕਮਾ ਕੇ ਤੇ ਫਿਰ ਵੀ ਕਹਿ ਰਹੀ ਹੈ ਕਿ ਖਜ਼ਾਨਾ ਜਿਹੜਾ ਸਾਡਾ ਖਾਲੀ ਹੈ। ਬਿਲਕੁਲ, ਇੱਕ ਵਿੱਤ ਮੰਤਰੀ ਖੁਦ ਕਬੂਲ ਕਰ ਰਿਹਾ ਵੀ ਉਹ 2 ਰੁਪਏ 70 ਪੈਸੇ ਬਿਜਲੀ ਲੈ ਰਹੇ ਨੇ ਤੇ 10 ਰੁਪਏ ਜਨਤਾ ਨੂੰ ਮਿਲ ਰਹੀ ਹੈ। 9-10 ਰੁਪਏ ਆਪਾਂ ਲੋਕਾਂ ਨੂੰ ਵੇਚ ਰਹੇ ਹਾਂ ਤੇ ਇਹ ਬਹੁਤ ਵੱਡੇ ਸਵਾਲ ਖੜੇ ਕਰਦੀ ਹੈ ਇਹ ਗੱਲ। ਦੂਸਰੇ ਪਾਸੇ ਜਿਹੜਾ ਜੀਵੀਕੇ ਗੋਇੰਦਵਾਲ ਵਾਲਾ ਪ੍ਰਾਈਵੇਟ ਥਰਮਲ ਪਲਾਂਟ ਲੱਗਿਆ ਹੋਇਆ ਉਹਦੇ ਤੋਂ ਅੱਜ ਵੀ ਕੋਈ ਵੀ ਬੰਦਾ RTI ਪਾ ਕੇ ਜਾਂ ਗੂਗਲ ਤੇ ਸਰਚ ਕਰਕੇ ਵੇਖ ਲਵੇ, ਅੱਜ ਵੀ ਜਿਹੜੀ ਉਹਦੀ ਬਿਜਲੀ 9 ਰੁਪਏ ਅਸੀਂ ਖਰੀਦ ਰਹੇ ਹਾਂ। ਫਿਰ ਅਸੀਂ ਉਹ ਕਿਉਂ ਖਰੀਦ ਰਹੇ ਹਾਂ? ਉਹਨਾਂ ਦੇ ਜਿਹੜੇ PPA ਕੀਤੇ ਹੈ ਵਣਾਲੀਆ ਥਰਮਲ ਨਾਲ, ਰਾਜਪੁਰੇ ਨਾਲ, ਗੋਇੰਦਵਾਲ ਨਾਲ, ਉਹਨਾਂ ਨੂੰ PPA ਜਿਹੜੇ ਉਹਨਾਂ ਦੇ ਕਰੇ ਆ ਉਹਨਾਂ ਨੂੰ ਰਿਵਿਊ ਕਰਕੇ ਜਿਹੜੀਆਂ ਨੁਕਸਦਾਰ ਮੱਦਾਂ ਉਹਨਾਂ ਨੂੰ ਰੱਦ ਕਿਉਂ ਨਹੀਂ ਕੀਤਾ ਜਾਂਦਾ ਹੈਗਾ? ਤੇ ਜਿਹੜਾ ਵਾਈਟ ਪੇਪਰ ਬਣਿਆ ਪਿਆ ਉਹਨੂੰ ਜਿਹੜਾ ਨਸ਼ਰ ਕਿਉਂ ਨਹੀਂ ਕੀਤਾ ਜਾਂਦਾ? ਇਹ ਬਹੁਤ ਵੱਡੇ ਸਵਾਲ ਜਿਹੜੇ ਆ ਪੈਦਾ ਕਰਦੀ ਹੈ। ਇਹ ਗੱਲਾਂ ਜਿਹੜੀਆਂ ਹੈਗੀਆਂ ਸਰਕਾਰ ਬਾਹਰ ਕੁਛ ਬੋਲਦੀ ਹੈ, ਚੋਣ ਵਾਅਦੇ ਕੁਛ ਕਰਦੀ ਹੈ, ਅੰਦਰ ਕੁਛ ਕਰਦੀ ਹੈ। ਇਹ ਬਹੁਤਾ ਚਿਰ ਜਿਹੜਾ ਲੋਕਾਂ ਨੂੰ ਹੁਣ ਜਿਹੜਾ ਬੇਵਕੂਫ ਨਹੀਂ ਬਣਾਇਆ ਜਾ ਸਕਦਾ, ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਜਿਹੜਾ ਇਹ ਸਮਾਂ ਹੈਗਾ ਤੇ ਹੁਣ ਅੱਗੇ ਤਾਂ ਜਿਹੜੇ ਪੋਲੀਟੀਕਲ ਬੰਦੇ ਗੱਲ ਕਹਿ ਕੇ ਮੁੱਕਰ ਜਾਂਦੇ ਸੀ, ਹੁਣ ਤਾਂ ਮੁੱਕਰਿਆ ਵੀ ਨਹੀਂ ਜਾ ਸਕਦਾ ਕਿਉਂਕਿ ਨਾਲ ਦੀ ਨਾਲ ਉਹਦੀ ਰਿਕਾਰਡਿੰਗ ਹੋ ਜਾਂਦੀ ਹੈ। ਜਿਹੜੀ ਗੱਲ ਮੈਂ ਅੱਜ ਇੱਥੇ ਕਹਿ ਰਿਹਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ, ਇਹ ਗੱਲ ਮੈਂ ਕਦੇ ਵੀ ਮੁੱਕਰ ਨਹੀਂ ਸਕਦਾ, ਚਾਹੇ ਮੈਂ ਆਪਦੀ ਨੌਕਰੀ ਇਹ ਤੇ ਦਾਅ 'ਤੇ ਲਾਈ ਹੋਵੇ, ਚਾਹੇ ਮੈਂ ਇਹ ਗੱਲ ਕਹੀ ਹੋਵੇ ਕਿ ਅੱਜ ਵੀ ਜਿਹੜਾ ਬਠਿੰਡਾ ਥਰਮਲ ਪਲਾਂਟ 80-85 ਤੋਂ ਵੀ ਜ਼ਿਆਦਾ ਲੋਡ ਫੈਕਟਰ 'ਤੇ ਚੱਲ ਸਕਦਾ ਹੈ ਤੇ ਔਰ ਸਾਡੇ ਨਾਲ ਇਹ ਸ਼ਰਤ ਲਾਵੇ ਪੰਜਾਬ ਗੌਰਮੈਂਟ, ਤੇ ਜੇ ਨਾ ਚੱਲਿਆ ਤਾਂ ਮੈਂ ਨੌਕਰੀ ਤੋਂ ਅਸਤੀਫਾ ਦੇਵਾਂਗਾ, ਤੇ ਜੇ ਚੱਲ ਜਾਂਦਾ ਤਾਂ ਫਿਰ ਗੌਰਮੈਂਟ ਆਪਦਾ ਫੈਸਲੇ 'ਤੇ ਨਜ਼ਰਸ਼ਾਨੀ ਕਰੇ ਤੇ ਇਹਨੂੰ ਦੁਬਾਰਾ ਚਲਾਵੇ। ਤੇ ਜ਼ਮੀਨ ਦੀ ਗੱਲ ਕਰੀਏ ਆਪਾਂ, ਜ਼ਮੀਨ ਉਸ ਵੇਲੇ ਜੋ ਦਿੱਤੀ ਗਈ ਕਿਸਾਨਾਂ ਵੱਲੋਂ ਉਹ ਇੱਕ ਜਨਹਿਤ ਦਾ ਇੱਕ ਵੱਡਾ ਪ੍ਰੋਜੈਕਟ ਸੀ, ਠੀਕ ਹੈ, ਜਿਸ ਨੇ ਬਠਿੰਡਾ ਇਲਾਕੇ ਨੂੰ ਹੀ ਨਹੀਂ ਇਸ ਦੀ ਜ਼ਮੀਨ ਨੂੰ ਜ਼ਰਖੇਜ਼ ਬਣਾਇਆ। ਇਸ ਪੂਰੇ ਜਿਹੜਾ ਕਹਿ ਲਈਏ ਅਰਧ ਮਾਰੂਥਲੀ ਇਲਾਕਾ ਸੀ ਤੇ ਨਾਲ ਹੀ ਟਿੱਬਿਆਂ ਵਾਲੀ ਧਰਤੀ ਸੀ ਔਰ ਦੂਜੇ ਪਾਸੇ ਪੂਰੇ ਪੰਜਾਬ ਨੂੰ ਬਿਜਲੀ ਦਿੱਤੀ। ਪੰਜਾਬ ਹੀ ਨਹੀਂ ਬਾਹਰਲੀਆਂ ਸਟੇਟਾਂ ਤੱਕ ਬਿਜਲੀ ਇਸ ਦੀ ਗਈ ਤੇ ਇਸ ਦੀ ਜ਼ਮੀਨ ਜਿਹੜੀ ਸੀ ਇੱਕ ਜਨਹਿਤ ਪ੍ਰੋਜੈਕਟ ਦੇ ਵਿੱਚ ਕਿਸਾਨਾਂ ਤੋਂ ਲਈ ਗਈ। ਤੇ ਹੁਣ ਅੱਗੇ ਜਿਹੜਾ ਇਹ ਪ੍ਰੋਜੈਕਟ ਇੱਕ ਤਰ੍ਹਾਂ ਨਾਲ ਕਮਰਸ਼ੀਅਲ ਹੁੰਦਾ ਦਿਖ ਰਿਹਾ ਹੈ, ਜਿਵੇਂ ਕਹਿ ਲਈਏ ਕਿ ਪੁੱਡਾ ਕੋਲ ਚਲੀ ਗਈ, ਅੱਗੇ ਉਸਨੇ ਕਿਸ ਤਰ੍ਹਾਂ ਵਰਤਣੀ ਹੈ, ਇੱਥੇ ਕੀ ਬਣਨਾ ਹੈ, ਇਹ ਸਾਰਾ ਕੁਝ ਤੁਹਾਨੂੰ ਲੱਗਦਾ ਹੈ ਕਿ ਜ਼ਮੀਨ ਜਿਨ੍ਹਾਂ ਨੇ ਦਿੱਤੀ ਉਹਨਾਂ ਨਾਲ ਵੀ ਕਿਤੇ ਜ਼ਿਆਦਤੀ ਹੋਈ ਹੈ? ਵੇਖੋ ਜੀ, ਰੌਲਾ ਫਿਰ ਉੱਥੇ ਆ ਜਾਂਦਾ, ਸਾਧ ਦੀ ਭੂਰੀ ਦੇ ਇਕੱਠ ਵਾਲੀ ਗੱਲ ਆ ਜਾਂਦੀ ਹੈ ਕਿ ਇਹ ਗੱਲ ਬਿਲਕੁਲ ਦਰੁਸਤ ਹੈ
ਕਿ ਕਿਸਾਨਾਂ ਨੇ ਆਪਦਾ ਜਿਗਰ ਦਾ ਟੋਟਾ ਵੱਢ ਕੇ, ਕਿਉਂਕਿ ਕਿਸਾਨ ਦੇ ਵਾਸਤੇ ਜ਼ਮੀਨ ਜਿਹੜੀ ਹੈ ਉਹਦੀ ਮਾਂ ਹੁੰਦੀ ਹੈ, ਤੇ ਉਹ ਮਤਲਬ ਕੋਈ ਵੀ ਜਿਹੜਾ ਕਿਸਾਨ ਹੈ ਤੁਸੀਂ ਵੇਖੋ ਪੰਜਾਬ ਦੇ ਹਰਿਆਣਾ ਰਾਜਸਥਾਨ ਦੇ ਵਿੱਚ ਖਾਸ ਕਰਕੇ ਵੀ ਜ਼ਮੀਨਾਂ ਦੇ ਵਾਸਤੇ ਜਿਹੜੇ ਲੋਕ ਜਿਹੜੇ ਕਤਲ ਕਰ ਦਿੰਦੇ ਆ, ਤੇ ਉਹ ਲੋਕਾਂ ਨੇ ਬੜੇ ਆਪਦੇ ਬਠਿੰਡੇ ਦੇ ਚਾਹੇ ਕਾਮੇ ਕੇ ਕੋਠੇ ਹੈ, ਚਾਹੇ ਸਿਵੀਆਂ ਪਿੰਡ ਹੈ, ਚਾਹੇ ਅਮਰਪੁਰਾ ਕੋਠੇ ਹੈ, ਚਾਹੇ ਸੁੱਚਾ ਸਿੰਘ ਦੇ ਕੋਠੇ ਹੈ, ਚਾਹੇ ਕੋਈ ਗਿੱਲਪੱਤੀ ਹੈ, ਜਿੰਨੇ ਵੀ ਪਿੰਡ ਹੈ ਇਹ ਜਿਨ੍ਹਾਂ ਦੀ ਕਿਸਾਨਾਂ ਦੀ ਜ਼ਮੀਨ ਇੱਥੇ ਆਈ ਹੈ, ਤੇ ਸਾਨੂੰ ਪਤਾ ਅਸੀਂ ਉਹਨਾਂ ਲੋਕਾਂ ਦੇ ਵਿੱਚ ਵਿਚਰਦੇ ਹਾਂ। ਅੱਜ ਉਹ ਲੋਕ ਵਿਚਾਰੇ ਦਿਹਾੜੀਆਂ ਕਰਦੇ ਫਿਰਦੇ ਆ, ਮਜਬੂਰ ਆ ਦਿਹਾੜੀਆਂ ਕਰਨ ਵਾਸਤੇ, ਕਿਉਂਕਿ ਜਿਹੜਾ ਪੈਸਾ ਉਹ ਥੋੜ੍ਹਾ ਬਹੁਤਾ ਮਿਲਿਆ ਉਹ ਤਾਂ ਲੱਗ ਲਗਾ ਗਿਆ, ਤੇ ਲੋਕਾਂ ਨੇ ਇਸ ਕਰਕੇ ਖੁਸ਼ ਹੋ ਕੇ ਆਪਣੀ ਜ਼ਮੀਨ ਜਿਹੜੀ ਹੈ ਉਹ ਇਹਨਾਂ ਨੂੰ ਦਿੱਤੀ ਕਿ ਇੱਥੇ ਬਿਜਲੀ ਪ੍ਰੋਜੈਕਟ ਲੱਗੂਗਾ ਤੇ ਇਹ ਸਦਾ ਵਾਸਤੇ ਰਹਿੰਦੀ ਦੁਨੀਆ ਤੱਕ ਚੱਲਦਾ ਰਹੂਗਾ, ਤੇ ਸਾਡੇ ਪੁੱਤ ਪੋਤਿਆਂ ਨੂੰ ਇੱਥੇ ਨੌਕਰੀਆਂ ਮਿਲਣਗੀਆਂ। ਪਰ ਸਰਕਾਰ ਦੀ ਜਿਹੜੀ ਨੀਅਤ ਹੈ ਉਹਦੇ ਵਿੱਚ ਖੋਟ ਹੈ, ਨੀਅਤ ਜਿਹੜੀ ਸਾਫ਼ ਨਹੀਂ ਹੈਗੀ, ਤੇ ਇਹ ਜਿਹੜੀ ਵੱਡੇ ਵੱਡੇ ਅਡਾਨੀਆਂ ਬਾਨੀਆਂ ਦੇ ਨਾਲ ਜਿਹੜੇ ਅੰਤਰ ਖਾਤੇ ਸਮਝੌਤੇ ਹੋਏ ਹੈ, ਕਿਉਂਕਿ ਜਿਹੜੀ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਜ਼ਮੀਨ ਸ਼ਹਿਰ ਦੀ ਧੁੰਨੀ ਦੇ ਵਿੱਚ ਹੈ ਔਰ ਬੜੀ ਕੀਮਤੀ ਜ਼ਮੀਨ ਹੈ ਇਹ, ਤੇ ਇਹਦੇ ਉੱਤੇ ਬੱਟੇ ਦੇ ਢੱਕ ਦੇ ਨਾਲ ਇਹਨਾਂ ਨੇ 5-4 ਸਾਲਾਂ ਦੇ ਵਿੱਚ ਇਹਨਾਂ ਨੇ ਸਾਰਾ ਇਹਦਾ ਭੋਗ ਪਾ ਕੇ ਤੇ ਇੱਥੇ ਸਾਰਾ ਕੁਛ ਇਹਨਾਂ ਨੇ ਨਸ਼ਟ ਕਰ ਦੇਣਾ। ਗੁਰਸੇਵਕ ਜੀ, ਸਿਆਸੀ ਪਾਰਟੀ ਨੇ ਆਪਣਾ ਰੁਖ ਤੈਅ ਕਰ ਲਿਆ ਹੈ ਥਰਮਲ ਦੇ ਉੱਤੇ। ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨ ਕੀਤਾ, ਅਕਾਲੀ ਦਲ ਨੇ ਵੀ ਕੀਤਾ, ਹੋਰ ਪਾਰਟੀਆਂ ਵੀ ਕਰ ਰਹੀਆਂ ਨੇ, ਔਰ ਇਸ ਤਰ੍ਹਾਂ ਦੇ ਐਲਾਨ ਆ ਰਹੇ ਨੇ ਕਿ ਜਦੋਂ ਤੱਕ ਇਹ ਨੋਟੀਫਿਕੇਸ਼ਨ ਰੱਦ ਨਹੀਂ ਹੋਊਗਾ, ਜਦੋਂ ਤੱਕ ਇਹ ਪ੍ਰਵਾਨਗੀ ਰੱਦ ਨਹੀਂ ਹੋਊਗੀ ਬਠਿੰਡਾ ਦੇ ਥਰਮਲ ਪਲਾਂਟ ਦੇ ਸੰਬੰਧ ਜੋ ਕੀਤੀ ਗਈ ਹੈ, ਉਦੋਂ ਤੱਕ ਸੰਘਰਸ਼ ਜਾਰੀ ਰਹੂਗਾ। ਤੇ ਦੂਜੇ ਪਾਸੇ ਮੁਲਾਜ਼ਮਾਂ ਦਾ ਕੀ ਰੁਖ ਹੋਊਗਾ? ਮੁਲਾਜ਼ਮ ਕਿੰਨੀ ਦੇਰ ਪਹਿਲਾਂ ਜਿਹੜੇ ਨੇ ਉਹ ਧਰਨੇ ਤੇ ਬੈਠੇ ਰਹੇ, ਹੁਣ ਅੱਗੇ ਤੁਹਾਡੀ ਕੀ ਪਲਾਨਿੰਗ ਹੈ ਜਦੋਂ ਵੇਚ ਹੀ ਦਿੱਤਾ ਗਿਆ? ਇਹ ਕਹਿ ਲਓ ਕਿ ਪੁੱਡਾ ਦੇ ਨਾਂ ਕਰ ਦਿੱਤੀ ਗਈ ਹੈ ਜ਼ਮੀਨ। ਵੇਖੋ ਜੀ, ਜਿਹੜਾ ਕੋਈ ਵੀ ਆਵਾਮ ਜਥੇਬੰਦੀਆਂ ਹੈ, ਮੁਲਾਜ਼ਮ ਜਥੇਬੰਦੀਆਂ, ਕਿਸਾਨ ਮਜ਼ਦੂਰ ਜਥੇਬੰਦੀਆਂ, ਸਾਡੇ ਕੋਲ ਕੋਈ ਬੰਬ ਤਾਂ ਹੁੰਦਾ ਨਹੀਂ ਜਾਂ ਕੋਈ ਸਾਡੇ ਕੋਲ AK-47 ਨਹੀਂ ਹੈਗੀ। ਅਸੀਂ ਤਾਂ ਜਿਹੜਾ ਆਪਦਾ ਰੋਸ ਪ੍ਰਗਟ ਕਰ ਸਕਦੇ ਹਾਂ ਸ਼ਾਂਤਮਈ ਢੰਗ ਦੇ ਨਾਲ ਅਸੀਂ ਕੀਤਾ ਹੈ, ਭੁੱਖ ਹੜਤਾਲਾਂ ਕੀਤੀਆਂ, ਧਰਨੇ ਕੀਤੇ, ਰੈਲੀਆਂ ਮੁਜ਼ਾਹਰੇ ਕੀਤੀਆਂ, ਬੜੇ ਪਿੰਡਾਂ ਦੇ ਵਿੱਚ ਗਏ, ਸ਼ਹਿਰ ਦੇ ਵਿੱਚ ਗਏ, ਗੋਨਿਆਣਾ ਮੰਡੀ ਕੀ, ਭੁੱਚੋ ਮੰਡੀ ਕੀ, ਸਾਰੇ ਅਸੀਂ ਰੋਸ ਜਲੂਸ ਕੱਢੇ, ਪਰ ਸਰਕਾਰ ਜਿਹੜੀ ਹੈ ਆਪਦੀ ਗੱਲ ਦੇ ਉੱਤੇ ਬਜਿੱਦ ਰਹੀ, ਉਹ ਟੱਸ ਤੋਂ ਮੱਸ ਨਹੀਂ ਹੋਈ। ਤੇ ਹੁਣ ਜਿਹੜੀ ਹੈ ਸਾਡੇ ਕੋਲੇ ਜਿਹੜਾ ਤਰੀਕਾ ਹੈ, ਅਸੀਂ ਫਿਰ ਵੀ ਧਰਨੇ ਰੈਲੀਆਂ ਮੁਜ਼ਾਹਰੇ ਵਗੈਰਾ ਤਾਂ ਅਸੀਂ ਜਿਹੜੀਆਂ ਭਰਾਤਰੀ ਜਥੇਬੰਦੀਆਂ ਉਹਨਾਂ ਨਾਲ ਰਾਏ ਮਸ਼ਵਰਾ ਕਰਕੇ ਅਸੀਂ ਸ਼ੁਰੂ ਵੀ ਕਰਾਂਗੇ, ਪ੍ਰੋਟੈਸਟ ਇਹਨਾਂ ਦੇ ਕਰਾਂਗੇ, ਇਹਨਾਂ ਦੇ ਸ਼ਹਿਰ ਦੇ ਵਿੱਚ ਆਉਣ ਦੇ ਉੱਤੇ, ਕਿਤੇ ਵੀ ਜਨਤਕ ਥਾਵਾਂ 'ਤੇ ਜਾਣ ਦੇ ਉੱਤੇ ਅਸੀਂ ਕਾਲੇ ਝੰਡਿਆਂ ਨਾਲ ਵਿਖਾਵੇ ਵੀ ਕਰ ਸਕਦੇ ਹਾਂ, ਪਹਿਲਾਂ ਵੀ ਕੀਤੇ ਹੈ। ਤੇ ਹੁਣ ਅਸੀਂ ਜਿਹੜੇ ਕਿਸਾਨ ਜਿਹੜੇ ਹੈਗੇ ਜਿਨ੍ਹਾਂ ਦੀ ਜ਼ਮੀਨਾਂ ਆਈਆਂ ਉਹਨਾਂ ਤੱਕ ਪਹੁੰਚ ਕਰਾਂਗੇ। ਅਸੀਂ ਪਹਿਲਾਂ ਵੀ ਉਹਨਾਂ ਨੂੰ ਦੱਸਿਆ ਸੀਗਾ, ਜਾਣੂ ਕਰਵਾਇਆ ਸੀ, ਤੇ ਉਹ ਸ਼ਾਇਦ ਉਦੋਂ ਹਾਈ ਕੋਰਟ ਦੇ ਵਿੱਚ ਗਏ ਵੀ ਸੀ, ਤਾਂ ਵਕੀਲ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜਦੋਂ ਕੋਈ ਨੋਟੀਫਿਕੇਸ਼ਨ ਹੋਊਗਾ ਆਪਾਂ ਉਦੋਂ ਉਜਰ ਕਰ ਸਕਦੇ ਹਾਂ, ਉਦੋਂ ਪਹਿਲਾਂ ਨਹੀਂ ਆਪਾਂ ਕਰ ਸਕਦੇ, ਹਾਲੇ ਤਾਂ ਗੱਲੀ ਬਾਤੀ ਹੈ। ਉਹਨਾਂ ਕੋਲੇ ਵੀ ਅਸੀਂ ਜਾਵਾਂਗੇ, ਕਿਸਾਨਾਂ ਦੇ ਕੋਲੇ ਵੀ, ਭਾਈ ਤੁਸੀਂ ਜ਼ਮੀਨ ਜਿਹੜੇ ਮਕਸਦ ਵਾਸਤੇ ਦਿੱਤੀ ਸੀ ਉਸੇ ਵਾਸਤੇ ਵਰਤੇ ਸਰਕਾਰ, ਤੇ ਜੇਕਰ ਹੁਣ ਇਹਨੂੰ ਕਮਰਸ਼ੀਅਲ ਬਣਾ ਕੇ ਤੇ ਕੋਈ ਹੋਰ ਅਡਾਨੀਆਂ ਬਾਨੀਆਂ ਨੂੰ ਜਾਂ ਇੱਥੇ ਜਿਹੜੀਆਂ ਮੰਡੀਆਂ ਵਗੈਰਾ ਹੈ ਉਹਨਾਂ ਨੂੰ ਬਣਾ ਕੇ ਦੇਵੇ ਪ੍ਰਾਈਵੇਟ ਨੂੰ, ਤੇ ਉਹਦੇ ਵਾਸਤੇ ਤੁਸੀਂ ਵਿਰੋਧ ਕਰੋ। ਤੇ ਅਸੀਂ ਵੀ ਜਿਹੜਾ ਕੋਰਟ ਦੇ ਵਿੱਚ ਪਹਿਲਾਂ ਵੀ ਉਜਰ ਕੀਤਾ ਸੀਗਾ, ਉਹ ਵੀ ਸਾਡਾ ਹਾਲੇ ਕੇਸ ਲੌਂਕਾ ਅਵਸਥਾ ਦੇ ਵਿੱਚ ਪਿਆ, ਤੇ ਅਸੀਂ ਦੁਬਾਰੇ ਕਿਸਾਨ ਜਥੇਬੰਦੀਆਂ ਨੂੰ ਵੀ ਲੈ ਕੇ ਜਾਵਾਂਗੇ, ਆਪ ਵੀ ਕੋਰਟ ਦਾ ਰੁਖ ਕਰਾਂਗੇ। ਇਸ ਤੋਂ ਪਹਿਲਾਂ ਵੀ ਅਸੀਂ ਜਿਹੜਾ ਗ੍ਰੀਨ ਟ੍ਰਿਬਿਊਨਲ ਦੇ ਕੋਲੇ ਸਾਰੀ ਗੱਲ ਆਪਣੀ ਰੱਖ ਚੁੱਕੇ ਹਾਂ ਕਿ ਗ੍ਰੀਨ ਟ੍ਰਿਬਿਊਨਲ ਨੂੰ ਅਸੀਂ ਦਿਵਾਲੀ ਦੇ ਚਲਾਉਣ ਦੇ ਵਾਸਤੇ ਐਂ ਕਰਕੇ ਆਹ ਸਾਰਾ ਪ੍ਰੋਜੈਕਟ ਤਿਆਰ ਹੋਇਆ ਸੀਗਾ, ਇੰਨੇ ਰੁਪਏ ਦੀ ਬਿਜਲੀ ਪੈਣੀ ਸੀ, ਇੰਨੇ ਲੋਕਾਂ ਨੂੰ ਇਹਦਾ ਰੁਜ਼ਗਾਰ ਮਿਲਣਾ ਸੀ, ਇੰਨੀ ਮੈਗਾਵਾਟ ਦੀ ਬਿਜਲੀ ਹੋਣੀ ਸੀ, ਬਿਨਾਂ ਪ੍ਰਦੂਸ਼ਣ ਤੋਂ ਰਹਿਤ ਹੋਣੀ ਸੀ। ਉਹ ਪਟੀਸ਼ਨ ਸਾਡੀ ਜਿਹੜੀ ਆ ਗ੍ਰੀਨ ਟ੍ਰਿਬਿਊਨਲ ਨੇ ਸਵੀਕਾਰ ਕਰ ਲਈ, ਤੇ ਸਵੀਕਾਰ ਕਰਨ ਤੋਂ ਬਾਅਦ ਉਹਨਾਂ ਨੇ ਉਹ 27/1 ਨੂੰ ਅਸੀਂ ਜਿਹੜੀ ਗ੍ਰੀਨ ਟ੍ਰਿਬਿਊਨਲ ਕੋਲੇ ਦਿੱਲੀ ਪਟੀਸ਼ਨ ਪਾਈ ਸੀ। ਸਾਡੇ ਮਾਨਯੋਗ ਇੰਜੀਨੀਅਰ ਦਰਸ਼ਨ ਸਿੰਘ ਡਿਪਟੀ ਚੀਫ ਇੰਜੀਨੀਅਰ ਉਹ ਰਿਟਾਇਰ ਹੋਏ ਨੇ, ਉਹਨਾਂ ਵੱਲੋਂ ਪਾਈ ਗਈ ਸੀਗੀ, ਤੇ ਉਹ ਹੁਣ ਜਿਹੜਾ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਨੂੰ ਇੱਕ ਨੋਟਿਸ ਕੱਢਿਆ ਸੀਗਾ ਕਿ 4/4/2020 ਤੱਕ ਉਹਦਾ ਜਵਾਬ ਇਹਨਾਂ ਨੇ ਦੇਣਾ ਸੀਗਾ, ਪਰ ਉਹ ਕਰੋਨਾ ਦਾ ਬਹਾਨਾ ਬਣਾ ਕੇ ਤਾਂ ਇਹਨਾਂ ਨੇ ਜਦੋਂ ਉਸ ਗੱਲ ਦੇ ਡਰੋਂ ਕਿ ਜਿਹੜਾ ਗ੍ਰੀਨ ਟ੍ਰਿਬਿਊਨਲ ਆ ਸਾਨੂੰ ਕਿਤੇ ਇਸ ਗੱਲ ਦੀ ਖਿਚਾਈ ਨਾ ਕਰ ਦੇਵੇ, ਤੇ ਉਹਨੂੰ ਬਿਨਾਂ ਭਰੋਸੇ 'ਚ ਲਏ ਤੋਂ, ਬਿਨਾਂ ਉਹਨੂੰ ਦੱਸੇ ਤੋਂ ਇਹਨਾਂ ਨੇ ਬਹੁਤ ਜਲਦੀ ਜਿਹੜੇ ਆ ਉਹ BOD ਨੇ ਮਤਾ ਪਾਸ ਪਾ ਕੇ ਸਰਕਾਰ ਨੂੰ ਭੇਜਤਾ। ਸਰਕਾਰ ਨੇ ਦਵਾ ਕੈਬਨਿਟ ਦੀ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਕਰਕੇ ਤੇ ਦਵਾ ਚੱਕ ਕੇ ਇਹਦਾ ਪੁੱਡਾਂ ਨੂੰ ਦੇਣ ਦਾ ਤਬਦੀਲ ਕਰਤਾ, ਕਿਉਂਕਿ ਇਹਦਾ ਮਤਲਬ ਜਿਹੜਾ ਵੀ ਸਾਨੂੰ ਕੋਈ ਜਦੋਂ ਗ੍ਰੀਨ ਟ੍ਰਿਬਿਊਨਲ ਪੁੱਛੇ ਉਦੋਂ ਪਹਿਲਾਂ ਅਸੀਂ ਸਾਰਾ ਮੁੱਦਾ ਹੀ ਜਿਹੜਾ ਗਾਇਬ ਕਰ ਦਈਏ, ਇੱਥੇ ਸੁਹਾਗਾ ਫੇਰ ਦਈਏ। ਇਹਦੇ ਕਰਕੇ ਅਸੀਂ ਗ੍ਰੀਨ ਟ੍ਰਿਬਿਊਨਲ ਦੇ ਵੀ ਨੌਲੇਜ ਦੇ ਵਿੱਚ ਲੈ ਕੇ ਆਵਾਂਗੇ, ਤੇ ਇਸ ਗੱਲ ਦਾ ਸਹਾਰਾ ਲੈ ਕੇ ਅਸੀਂ ਹਾਈ ਕੋਰਟ ਦੇ ਵਿੱਚ ਵੀ ਜਾਵਾਂਗੇ ਕਿ ਗ੍ਰੀਨ ਟ੍ਰਿਬਿਊਨਲ ਨੇ ਆਹ ਨੋਟਿਸ ਕੱਢੇ ਹੋਏ ਆ, ਤੇ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਤੇ ਜਿਹੜੀ ਸਰਕਾਰ ਆ ਜਿਹੜੀ ਇਹ ਸਬੂਤ ਮਟਾਉਣ ਦੇ ਰਾਹ ਪਈ ਹੋਈ ਹੈ, ਇਹਦੇ ਕਰਕੇ ਰੋਕਿਆ ਜਾਵੇ। ਜੀ ਧੰਨਵਾਦ ਜੀ ਗੁਰਸੇਵਕ ਸਿੰਘ ਜੀ। ਸੋ ਇਹ ਸੀ ਪੂਰਾ ਮੁੱਦਾ। ਇਸ ਵੇਲੇ ਜ਼ਾਹਿਰ ਹੈ ਕਿ ਇੱਕ ਪਾਸੇ ਜਿੱਥੇ ਮੁਲਾਜ਼ਮ ਜਥੇਬੰਦੀਆਂ ਨੇ ਉਹ ਆਪਣਾ ਰੂਪਰੇਖਾ, ਆਪਣੇ ਸੰਘਰਸ਼ ਦੀ ਅਗਲੀ ਰੂਪਰੇਖਾ ਉਲੀਕ ਚੁੱਕੀਆਂ ਨੇ, ਦੂਜੇ ਪਾਸੇ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਸਰਕਾਰ ਨੂੰ ਘੇਰਨ ਦੇ ਲਈ ਰੂਪਰੇਖਾ ਬਣਾ ਚੁੱਕੀਆਂ ਨੇ। ਜ਼ਾਹਿਰ ਜੀ ਗੱਲ ਹੈ ਕਿ ਚਿਮਨੀਆਂ 'ਚੋਂ ਧੂੰਆਂ, ਥਰਮਲ ਪਲਾਂਟ ਦੀਆਂ ਚਿਮਨੀਆਂ 'ਚੋਂ ਧੂੰਆਂ ਨਿਕਲੇ ਨਾ ਨਿਕਲੇ, ਅਗਲੇ ਦਿਨਾਂ ਦੇ ਵਿੱਚ ਸਰਕਾਰ ਦਾ ਧੂੰਆਂ ਜ਼ਰੂਰ ਕੱਢਣ ਲਈ
ਇਕੱਠੇ ਹੋ ਰਹੇ ਨੇ, ਮੁਲਾਜ਼ਮ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ, ਸਿਆਸੀ ਪਾਰਟੀਆਂ ਇਕੱਠੀਆਂ ਹੋ ਰਹੀਆਂ ਨੇ। ਵੇਖਣਾ ਹੋਏਗਾ ਅਗਲੇ ਦਿਨਾਂ ਦੇ ਵਿੱਚ ਬਠਿੰਡਾ ਦਾ ਥਰਮਲ ਪਲਾਂਟ ਦਾ ਮੁੱਦਾ ਕੀ ਰੰਗ ਲੈਂਦਾ ਹੈ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।